ਆਪਾਂ ਮਾਸ਼ਾਅੱਲਾ ਇੰਨੀਆਂ ਬੱਕਰੀਆਂ ਲੈ ਲਈਆਂ ਨੇ ਚੈੱਕ ਕਰੋ। बारिश पहले की निस्बत काफ़ी तेज़ हो गई हुई हैगी, लेकिन ना हुण दोपहर के खाने के इंतजाम नूं लगे होने सुबह टेंशन आ भरी बोरिंग, लेकिन कोई नहीं ये ज़्यादातर वेलकम बैक जी। अस्सलाम वालेकुम जी, की हाल चाल है साडे देखण वाले तमाम बहन भाई असीं मेहनत करने साडे देखण वाले तमाम बहन भाई बिल्कुल ठीक ठाक होणगे तो अलहमदुलिल्लाह जी असीं बिल्कुल ठीक ठाक आंगे माशाल्लाह जी। अज तो सुबह सुबह मरी वाली फीलिंग आ रही हैगी क्योंकि माशाल्लाह माड़ी मोटी ना बूंदाबांदी हो रही, फुहार जी चली हुई हैगी ਤੇ ਬੜਾ ਠੰਡਾ ਠੰਡਾ ਮੌਸਮ ਬਣਿਆ ਖੜਾ ਹੈਗਾ, ਜਿਵੇਂ ਕੱਲ ਹਵਾ ਸੀ ਨਾ ਉਵੇਂ ਹੀ ਠੰਡਾ ਠੰਡਾ ਮੌਸਮ ਹੋ ਗਿਆ ਹੈਗਾ। ਮੈਂ ਬਸ ਉੱਠਿਆ ਹੀ ਆ ਗਿਆ ਤੇ ਬੱਕਰੀਆਂ ਵਗੈਰਾ ਜਿਹੜੀਆਂ ਇਹਨਾਂ ਨੂੰ ਖੋਲ ਕੇ ਬੰਦੇ ਫਿਰੇ ਆ ਗਏ ਅੰਮੀ ਜਾਨ ਤੇ ਮੈਂ, ਤੇ ਦੁਕਾਨ ਜਿਹੜੀ ਹੁੰਦੀ ਉਹਨੂੰ ਥੋੜੀ ਬਹੁਤੀ ਜੇ ਕੋਈ ਸਮਾਨ ਉਹਦੇ ਭਰੇ ਹੋਇਆ ਪਿਆ ਉਹਦੀ ਸੈਟਿੰਗ ਵਗੈਰਾ ਕੀਤੀ ਹੈਗੀ। ਤੇ ਅਚਾਨਕ ਹੀ ਜਿਹੜਾ ਨਾ ਪਹਿਲੇ ਮੋਟੀ ਮੋਟੀ ਕਣੀਆਂ ਪਈਆਂ ਨੇਗੀਆਂ, ਉਸ ਤੋਂ ਬਾਅਦ ਨਾ ਬਰੀਕ ਬਰੀਕ ਫੁਹਾਰ ਜੀ ਹਾਲੀ ਤੱਕ ਪੈ ਰਹੀ ਹੈਗੀ। ਬੱਦਲ ਤਾਂ ਕਾਫੀ ਨੇਗੇ, ਬਾਰਿਸ਼ ਆ ਸਕਦੀ ਹੈਗੀ, 50% ਚਾਂਸ ਨੇਗੇ। ਮੈਂ ਤਾਂ ਕਹਿੰਦਾ ਆ ਹੀ ਜਾਵੇ ਨਾ ਅੱਛੀ ਬਾਰਿਸ਼, ਤੇ ਚਲੋ ਅਗਲੇ ਦਿਨ ਵਾਕੂ ਠੰਡਾ ਠੰਡਾ ਮੌਸਮ ਬਣਿਆ ਰਹੇਗੀ ਸ਼ਾਮ ਤੱਕ। ਫਿਰ ਸੁਬਾਹ ਦੇਖੀ ਦਿੱਤੀ ਜਾਵੇਗੀ, ਸੁਬਾਹ ਤਾਂ ਫਿਰ ਤੁਹਾਨੂੰ ਪਤਾ ਗਰਮੀ ਹੋਣੀ, ਜਿਵੇਂ ਕਿ ਕੱਲ ਮੌਸਮ ਬਣਿਆ ਹੋਇਆ ਸੀ ਥੱਲੋਂ ਜਦੋਂ ਪਾਣੀ ਸੁੱਕਦਾ ਨਾ ਤਾਂ ਬੁਖਾਰਾਤ ਉੱਠਦੇ ਨਹੀਂ ਜੋ ਉਹਦੀ ਵਜ੍ਹਾ ਤੋਂ ਨਾ ਹਬਸ ਦੀ ਬਣ ਜਾਂਦੀ ਹੈ। ਕੋਈ ਨਹੀਂ, ਅੱਲਾਹ ਪਾਕ ਕਰਮ ਕਰੇਗਾ। ਬਾਕੀ ਬੱਕਰੀਆਂ ਜਿਹੜੀਆਂ ਨੇ ਇੱਥੇ ਬੜੀਆਂ ਕਵਰ ਨੇਗੀਆਂ ਇਸ ਵੇਲੇ ਤਾਂ ਇਹਨਾਂ ਬੰਨਿਆ ਕਿ ਇੱਥੇ ਗਿੱਲੀਆਂ ਨਾ ਹੋਵਣ, ਤੇ ਇਹਨਾਂ ਦੇ ਕੰਮ ਚੈੱਕ ਕਰੋ ਯਾਰ। ਛੱਡੋ ਇਹਨਾਂ ਨੂੰ, ਛੱਡੋ ਅੱਡ ਜਾ ਵਿਚਾਰਿਆਂ ਨਾਰ ਨੂੰ ਥੱਲੋਂ ਥੱਲੋਂ ਨੇ ਛਾਂਗ ਲਿਆ ਖਾ ਗਏ। ਚਾਰਾ ਵਗੈਰਾ ਇਹਨਾਂ ਦਾ ਪਿਓ ਹੈ ਉੱਧਰ, ਉਹ ਨਹੀਂ ਖਾ ਰਹੀਆਂ ਨੇਗੀਆਂ। ਤੇ ਇਹ ਜਿਹੜਾ ਨਾ ਬੜੀ ਸ਼ੌਕ ਨਾਲ ਪੱਤੇ ਖਾਂਦੀਆਂ ਨੇਗੀਆਂ, ਪੱਤੇ ਜਿਹੜੀ ਚੀਜ਼ ਮਰਜ਼ੀ ਹੋਣ ਸ਼ੌਕ ਨਾਲ ਖਾਂਦੀਆਂ। ਉਹਨੇ ਫਿਰ ਹੀ ਛਾਂਗੀ ਰੱਖਣੀ। ਚਲੋ ਉਤਲੇ ਤਾਂ ਬਚ ਜਾਣਗੇ ਨਾ, ਉੱਗ ਜਾਣਗੇ। ਥੱਲੋਂ ਥੱਲੋਂ ਵੈਸੇ ਖਾਲੀ ਹੋਵੇ ਨਾ ਪੌਦੇ, ਤੁਹਾਨੂੰ ਪਤਾ ਪਿਆਰੇ ਲੱਗਦੇ ਨੇਗੇ। ਖਾਓ ਖਾਓ ਰਾਜ ਕੇ ਖਾਓ। ਜਾਨ ਆਇਸ਼ਾ ਪ੍ਰੀਸ਼ਾ ਸਾਰੇ ਜਿਹੜੇ ਨਾ ਆਪਣੇ ਆਪਣੇ ਕੰਮਾਂ ਲੱਗੇ, ਮਤਲਬ ਕਿ ਘਰ ਦੇ ਕੰਮ ਜੇ ਕਰਨੇ ਨੇਗੇ ਉਹਨਾਂ ਮਸਰੂਫ ਨੇਗੇ। ਮੁਰਗੀਆਂ ਵੀ ਜਿਹੜੇ ਕੱਢ ਦਿੱਤੀਆਂ ਹੋਈਆਂ ਟੋਕਰੇ ਥੱਲੋਂ, ਹੁਣ ਘੁੰਮਣ ਫਿਰਨਗੀਆਂ। ਠੰਡਾ ਮੌਸਮ ਬਣਿਆ ਵੀ ਇੰਜੋਏ ਕਰਨਗੀਆਂ ਸਾਰੀਆਂ। ਇਹ ਦੇਖੋ ਨਾ ਜਿੱਥੇ ਥੋੜੀ ਠੰਡ ਆਉਂਦੀ ਉੱਥੇ ਛੁਪ ਕੇ ਖਲੋ ਜਾਂਦੀਆਂ ਨਹੀਂ। ਅੰਮੀ ਜਾਨ ਇਹਦੇ ਅੱਜ ਫਿਰ ਨਿੰਬੂ ਵਾਲਾ ਪਾਣੀ, ਮਤਲਬ ਕਿ ਸ਼ਿਕੰਜੀ ਬਣਦੀ। ਇਹ ਇਹਨਾਂ ਦੇ ਨਮੇ ਦਾ ਯਾਰ ਥੋੜਾ ਫਰੈਸ਼ ਹੋ ਜਾਂਦਾ। ਵੈਸੇ ਅਸੀਂ ਡੇਲੀ ਜ਼ਿਆਦਾਤਰ ਨਾ ਇਹ ਸ਼ਿਕੰਜੀ ਸੁਬਹ ਸੁਬਹ ਬਣਾਉਂਦੇ ਹੁੰਦੇ, ਇਹ ਪੀ ਲਈਦਾ ਗਿਲਾਸ ਗਿਲਾਸ, ਤੇ ਫਿਰ ਦੁਪਹਿਰ ਟਾਈਮ ਖਾਣਾ ਖਾਈਦਾ। ਸੁਬਾਹ ਦਾ ਅਸੀਂ ਨਾਸ਼ਤਾ ਜ਼ਿਆਦਾਤਰ ਨਹੀਂ ਬਣਾਉਂਦੇ ਹੁੰਦੇ ਹਾਂ, ਕਦੀ ਕਦੀ ਹੋ ਗਿਆ ਨਾਸ਼ਤਾ ਕਰਨ ਨੂੰ ਦਿਲ ਕਰ ਪਿਆ ਫਿਰ ਨਾਸ਼ਤਾ ਬਣਾ ਲੈਂਦੇ ਹਾਂ। ਤੇ ਮਾਸ਼ਾਅੱਲਾ ਜੀ ਇਹ ਤਾਂ ਬਕੈਨ ਹੀ ਬੜੀ ਪਿਆਰੀ ਕੋਠਰੀ ਹੈਗੀ, ਨਵੀਂ ਹੁਣ ਨਾ ਉਗ ਰਹੀ ਹੈ। ਕਿ ਇਹ ਮੈਂ ਤੁਹਾਨੂੰ ਦੱਸਿਆ ਸੀ ਉਸ ਦਿਨ ਮਸਜਿਦ ਦੀ ਹੈਗੀ, ਲੇਕਿਨ ਅੱਗੇ ਉਹ ਜਾਣਾ ਸ਼ੁਰੂ ਹੋ ਗਈ। ਮੈਂ ਇਸ ਵਜ੍ਹਾ ਤੋਂ ਮਸਜਿਦ ਜਾ ਕੇ ਨਹੀਂ ਲਾਇਆ। ਇਹ ਅੱਜ ਆਦਤ ਮੈਂ ਜਾਵਾਂਗੇ ਨਾ, ਥੋੜੀ ਜਿਹੀ ਬਾਰਿਸ਼ ਵਗੈਰਾ ਵੀ ਆ ਜਾਂਦੀ, ਠੰਡਾ ਠੰਡਾ ਮੌਸਮ ਬਣ ਜਾਵੇਗਾ। ਫਿਰ ਬਾਰਿਸ਼ ਤੋਂ ਬਾਅਦ ਜਾ ਕੇ ਉੱਥੇ ਮਸਜਿਦ ਅੱਗੇ ਲਾ ਆਵਾਂਗੇ। ਜਿੱਥੇ ਨਲਕਾ ਲਗਵਾਇਆ ਸੀ ਨਾ ਉਹਦੇ ਨਾਲ ਹੀ ਲਗਵਾਉਣੀ ਹੈਗੀ, ਤੇ ਨਲਕੇ ਦਾ ਨਾ ਹੁਣ ਜਾ ਕੇ ਚੈੱਕ ਕਰ ਰਿਹਾ ਨਾ, ਮੈਂ ਅੱਗੇ ਡੇਲੀ ਚੈੱਕ ਕਰਦਾ ਸੀ ਜਾ ਕੇ ਕਿ ਪਾਣੀ ਦੇ ਰਿਹਾ ਜਾਂ ਨਹੀਂ ਦੇ ਰਿਹਾ। ਹੁਣ ਜਾ ਕੇ ਉਹਨੂੰ ਚੈੱਕ ਕਰਨਾ, ਜੇਕਰ ਪਾਣੀ ਦੇ ਰਿਹਾ ਨਾ ਠੀਕ ਤਰ੍ਹਾਂ, ਫਿਰ ਇਨਸ਼ਾਅੱਲਾ ਤਾਨ ਕਰੀਬ ਵੀ ਉਹਦਾ ਜਿਹੜਾ ਨਾ ਖਾਡਾ ਵੀ ਬਣਵਾਉਂਦੇ ਆਗੇ, ਕਿਉਂਕਿ ਖਾਡਾ ਸਾਡੇ ਕੋਲ ਉਧਾਰ ਹੈ। ਤੁਹਾਨੂੰ ਮੈਂ ਦੱਸ ਦੇਵਾਂ ਉਹ ਜਿਹੜਾ ਨਾ ਇਨਸ਼ਾਅੱਲਾ ਤਾਂ ਲਾਜ਼ਮੀ ਬਣਵਾਉਂਦੇ ਆਗੇ। ਉਹਦਾ ਜਿਹੜਾ ਖਾਡਾ ਹੈਗਾ ਉਹਦੇ ਪੈਸੇ ਮੇਰੇ ਲਈ ਭੇਜੇ ਸੀ ਉਹਨਾਂ ਅੰਕਲ ਹੋਰਾਂ ਜੀ ਨੇ ਲਗਵਾਇਆ ਸੀਗਾ, ਲੇਕਿਨ ਖਾਡਾ ਮੈਂ ਕਿਉਂ ਨਹੀਂ ਬਣਵਾਇਆ ਸੀ, ਮੈਂ ਕਿ ਨਲਕਾ ਜ਼ਿਆਦਾ ਇਸ਼ੂ ਬਣ ਜਾਂਦਾ ਨਾ, ਇਹਨੂੰ ਪਟਵਾ ਕੇ ਥੱਲੇ ਕੋਈ ਮਸ਼ੀਨ ਵਗੈਰਾ ਜਾਂ ਔਰ ਕੋਈ ਚੀਜ਼ ਚੇਂਜ ਕਰਨੀ ਪੈਂਦੀ, ਫਿਰ ਉਹ ਪਟਿਆ ਨਹੀਂ ਜਾਣਾ ਸੀ, ਫਿਰ ਉਹ ਖਾਡਾ ਹੀ ਖਰਾਬ ਹੋਣਾ ਸੀ। ਮੈਂ ਇਸ ਵਜ੍ਹਾ ਤੋਂ ਨਹੀਂ ਬਣਵਾਇਆ, ਉਦੋਂ ਗਰਮੀ ਵੀ ਬਹੁਤ ਜ਼ਿਆਦਾ ਸੀ। ਉਦੋਂ ਹੁਣ ਮਾਸ਼ਾਅੱਲਾ ਮੌਸਮ ਠੰਡਾ ਹੈ, ਇਨਸ਼ਾਅੱਲਾ ਤਾਲਾ ਕਰੀਬ ਇਹ ਵੀ ਇਸ ਖਾਡੇ ਦਾ ਵੀ ਇਹਦਾ ਵੀ ਖਾਡਾ ਬਣਵਾਉਣਾ ਹੈ। ਇੱਕ ਨਲਕਾ ਜਿਹਾ ਉੱਧਰ ਉਹ ਸਾਡੇ ਰਿਸ਼ਤੇਦਾਰਾਂ ਦਾ ਦੱਸਿਆ ਸੀ, ਵਿਚਾਰੇ ਬਹੁਤ ਜ਼ਿਆਦਾ ਗਰੀਬ ਸੀ, 3 ਫੈਮਲੀਆਂ ਸੀਗੇ, ਉਹਨਾਂ ਦੇ ਘਰ ਦੇ ਵਿੱਚ ਲਵਾਇਆ ਸੀ, ਉੱਥੇ ਵੀ ਖਾਡਾ ਬਣਵਾ ਕੇ ਦੇਣਾ। ਦੋਨਾਂ ਦੇ ਖਾਡੇ ਜਿਹੇ ਬਣਵਾਵਾਂਗੇ ਇਨਸ਼ਾਅੱਲਾ। ਬਾਕੀ ਇਹ ਮੇਰੇ ਕੋਲ ਅਮਾਨਤ ਹੈਗੀ, ਇਹ ਵੀ ਮਸਜਿਦ ਦੇ ਅੱਗੇ ਲਾਵਾਂਗੇ ਉਹਦੇ ਨਾਲ ਹੀ ਨਾ। ਇੱਥੇ ਨਲਕਾ ਲਾਇਆ, ਨਲਕੇ ਦਾ ਪਾਣੀ ਨਹੀਂ ਲੱਗਿਆ ਕਰੇਗਾ, ਵੱਡਾ ਦਰਖਤ ਬਣ ਜਾਵੇਗਾ ਜਿਵੇਂ ਕਿ ਆਪਣੀ ਬੇਰੀ ਹੈਗੀ, ਉੱਥੇ ਦੀ ਫਿਰ ਨਲਕੇ ਦੇ ਉੱਤੇ ਛਾਂ ਹੀ ਕਰੇਗੀ। ਛਾਂ ਤੇ ਬਹਿ ਵੀ ਗਿਆ ਕਰੇਗਾ ਕੋਈ, ਤੇ ਪਾਣੀ ਵੀ ਪੀ ਲਿਆ ਕਰੇਗਾ, ਜ਼ਿਆਦਾ ਸਵਾਬ ਹੋਇਆ ਕਰੇਗਾ ਇਨਸ਼ਾਅੱਲਾ। ਆਪਾਂ ਮਾਸ਼ਾਅੱਲਾ ਇੰਨੀਆਂ ਬੱਕਰੀਆਂ ਲੈ ਲਈਆਂ ਨੇਗੀਆਂ, ਚੈੱਕ ਕਰੋ। ਅਸਲ ਤੇ ਬਾਕੀ ਇਹਨਾਂ ਭਾਈ ਹੋਰਾਂ ਦੀ ਜਿੰਨਾ ਕੁ ਅਸੀਂ ਉਹ ਬੱਕਰੀਆਂ ਖਰੀਦੀਆਂ ਸੀਗੀਆਂ, ਉਹ ਵਾਲੀਆਂ ਕਾਲੀ ਤੇ ਜੀ ਦੂਸਰੀ ਹੈਗੀ, ਤੇ ਇਹਨਾਂ ਕੋਲ ਛੋਟੇ ਛੋਟੇ ਬੱਚੇ ਹੀ ਨੇਗੇ ਬੱਕਰੀਆਂ ਦੇ। ਇਹ ਤਾਂ ਹੀ ਲੱਗਦਾ ਜੀ ਉਹ ਸਾਡੇ ਵਾਲੀ ਬੱਕਰੀ ਦੇ ਨੇ, ਜਿਹੜੀ ਉਹ ਸੁਬਹ ਵਾਲੀ ਹੈ। ਰਾਤ ਨੂੰ ਨਾ ਅੰਮੀ ਜਾਨ ਮੈਂ ਸੁਬਹ ਜਾਨ ਦੱਸਣ ਲੱਗੇ ਸੀ, ਮੈਨੂੰ ਖਾਬ ਆਇਆ ਸੀ ਇਸ ਬੱਕਰੀ ਨੇ 2 ਬੱਚੇ ਕਨੈਕਟ ਕੀਤਾ, ਤੇ ਕਹਿੰਦੇ ਤਰ੍ਹਾਂ ਦਾ ਹੀ ਕਲਰ ਹੈਗਾ ਹੁੰਦਾ। ਮੈਨੂੰ ਹਾਂ ਆਹ ਸੁਬਹ ਸੁਬਹ ਬੱਕਰੀਆਂ ਲਿਆਈ ਖੜਾ, ਉਹਦੇ ਚ ਉਹ ਜੇ ਬੱਚੇ ਨੇਗੇ ਦੇਖ ਲਓ। ਇਹ ਛੱਡੀਆਂ ਇਹਨਾਂ ਨਾਲ, ਤੇ ਉਹ ਕਹਿ ਰਹੇ ਨੇ ਮੈਂ ਚਰਾਵਣ ਲਿਜਾਵਣ ਲੱਗਿਆ ਇੱਥੇ ਨੂੰ ਕੋਈ ਬਕੈਨ ਕਿਸੇ ਕੋਲ ਲਈ ਸੋਸ ਕੀ, ਤੇ ਉਹ ਬਕੈਨ ਛਾਂਗ ਕੇ ਤੇ ਚਰਾਣੀ।
ਇਹ ਟੁਰ ਫੇਰ ਹੀ ਆਣਗੇ ਤੇ ਉਹ ਚਰਾ ਵੀ ਆਵੇਗਾ। ਚਲੋ ਜਾ ਰਿਹਾ ਹੈਗਾ, ਉਹਨੂੰ ਕੀ ਹੈਗਾ, ਉਹ ਬਚਾ ਆਵਣਗੇ ਉੱਥੋਂ। ਬੱਕਰੀਆਂ ਦੀ ਥੋੜੀਆਂ ਨਹੀਂ ਨਾਲ ਇਹ ਵੀ ਲਈ ਜਾਵੇਗਾ। ਚਲੋ ਓਕੇ ਹੋ ਗਿਆ। ਆਪਣੀਆਂ ਬੱਕਰੀ ਇਹਨਾਂ ਖੁੱਲੀਆਂ ਛੱਡਤੀਆਂ ਨੇ, ਇੱਕ ਹੈਗੀ ਦੌੜਾਂ ਲਾਈ ਫਿਰਦੀ ਹੈਗੀ, ਬੜੀ ਖੁਸ਼ ਹੈ। ਕੰਮ ਚੈੱਕ ਕਰ, ਇਹਨੂੰ ਇੱਧਰ ਭੇਜੋ, ਅੰਦਰ ਨਹੀਂ ਜਾਣਾ। ਇਹਨੂੰ ਕਹਿ ਇਹ ਸਿੱਖ ਗਈ, ਇਹਨੂੰ ਪਤਾ ਹੈ ਕਿਉਂਕਿ ਇਹਨਾਂ ਝੁੰਡ 'ਚ ਆਈ ਹੋਈ, ਉਸ ਝੁੰਡ ਦੇ ਵਿੱਚ ਜਾ ਕੇ ਚਰਦੀ ਸੀ। ਚੱਲ ਉੱਧਰ ਜਾ, ਹੁਣ ਘੁੰਮ ਫਿਰ ਆਓ। ਗਲਾਂ 'ਚ ਇਹਨਾਂ ਰੱਸੇ ਕੱਢ ਦੇ, ਰਲ ਗਈ ਉਹਨਾਂ ਨੂੰ ਫਿਰ ਜਾਵੇਗੀ। ਚਲੋ ਇਹਦਾ ਥੋੜਾ ਜਿਹਾ ਧਿਆਨ ਰੱਖੀ, ਤੈਨੂੰ ਪਤਾ ਇਹਨੇ ਬੱਚੇ ਦੇਵਣ ਵਾਲੀ, ਟੱਕਰਾਂ ਟੁਕਰਾਂ ਨਾ ਮਾਰਨ। ਇਹਦੀ ਤਾਂ ਪਹਿਲੇ ਲੜਾਈ ਹੋ ਗਈ, ਇਹ ਲੜਾਈ ਹੋ ਗਈ ਪਹਿਲੇ ਹੀ। ਚਲੋ ਜੀ ਚਲੋ ਜੀ, ਇਹ ਹਰਨੀਆਂ ਦੀ ਤਰ੍ਹਾਂ ਪਈਦੀਆਂ ਨੇ, ਉਹ ਧਿਆਨ ਰੱਖੀ ਥੋੜਾ ਜਿਹਾ ਹੁੰਦਾ। ਚੱਲ ਗਈ ਹੁਣ। ਆਪਣੇ ਵਾਲੀ ਬੱਕਰੀ ਜਿਹੜੀ ਨਾ ਪੂਰੇ ਪਿੰਡ ਦਾ ਮੁਆਇਨਾ ਕਰ ਰਹੀ, ਉਹ ਅੱਗੇ ਸਫੇਦ ਤੇ ਉਹ ਬਲੈਕ ਜਾ ਪਈਦੀਆਂ ਜਾਂਦੀਆਂ ਨਹੀਂ। ਮੈਂ ਵੀ ਅੱਜ ਇਹਨਾਂ ਨੂੰ ਬਈਆਂ ਚਰਾਵਣ ਨਿਕਲਣਾ ਸੀ, ਉੱਥੇ ਪਿੱਛੇ 8 ਖੜੀ ਹੈ। ਇਹ ਠੀਕ ਹੈ, ਇਹਨੂੰ ਦਰਖਤ ਛਾਂਗਦੇ ਨੇ ਜਿਵੇਂ ਆਪਣੀ ਇੱਕ ਵਾਰੀ ਇਹਨਾਂ ਨੇ ਉਹ ਛਾਂਗੀ ਸੀ। ਉਦੋਂ ਭਈਦੀਆਂ ਰੁਕਦੀਆਂ ਜਾਂਦੀਆਂ ਨੇ ਹਰਨੀਆਂ ਦੀ ਤਰ੍ਹਾਂ, ਤੇ ਨਾ ਰੱਜ ਕੇ ਆਵਣਗੀਆਂ ਉਦੋਂ। ਅੱਧੇ ਅੱਗੇ ਕਿਧਰੇ ਕਿਸੇ ਦੀ ਬਕੈਨ ਦੀਆਂ ਟਹਿਣੀਆਂ ਤਰੋੜ ਦੇਵਣਗੇ, ਹੁਣ ਪੱਤੇ ਪੱਤੇ ਖਵਾ ਲਵਣਗੇ ਬੱਕਰੀਆਂ ਨੂੰ, ਟਹਿਣੀਆਂ ਉਹਨਾਂ ਨੂੰ ਦੇਵਾਂਗੇ। ਐਵੇਂ ਇੱਕ ਵਾਰੀ ਅਸੀਂ ਇਹਨਾਂ ਕੋਲ ਨਾ ਆਪਣੀ ਬੇਰ ਹੈਗੀ, ਇਹ ਵੀ ਛੰਗਵਾਈ ਸੀਗੀ, ਤੋ ਇੱਥੇ ਬਾਹਰ ਨਾ ਸਾਰੇ ਰੱਖ ਕੇ ਤੇ ਪੱਤੇ ਉੱਤੋਂ ਇਹਨਾਂ ਨੇ ਖਾ ਲਏ ਸੀ ਬੱਕਰੀਆਂ ਨੇ। ਬਾਕੀ ਅਸੀਂ ਟਹਿਣੀਆਂ ਅਸੀਂ ਗਾਰੇ ਬਾਅਦ ਬਲਦੇ ਨੇ, ਲੱਕੜਾਂ ਇਸਤੇਮਾਲ ਕਰਦੇ ਰਹਾਂਗੇ। ਮੌਸਮ ਹੋਰ ਜ਼ਿਆਦਾ ਖ਼ਰਾਬ ਹੋ ਰਿਹਾ, ਬਾਰਿਸ਼ ਬਹੁਤ ਜ਼ਿਆਦਾ ਆਣੀ ਹੈਗੀ, ਜਿਵੇਂ ਬੱਦਲ ਬਣਦੇ ਪਏ ਨਾ। ਬੱਦਲ ਅਸਲ ਤੇ ਆ ਸਾਈਡ ਤੋਂ ਰਹਿ ਨਹੀਂ ਆ ਹਾਲੇ, ਇਹਨਾਂ ਨੇ ਬਸਣਾ ਇੱਥੇ। ਲੋ ਜੀ ਤਬਾਹੀ ਵਾਲੇ ਬੱਦਲ ਆ ਗਏ ਨੇਗੇ, ਸੁਬਹ ਹੀ ਰਾਤ ਹੋ ਗਈ ਹੈਗੀ। इतने खतरनाक बदल आ गए नहीं है, तो माड़ी मोटी की ਹੁਣ ਤਾਂ तेज ही बारिश शुरू होने लगी। हैदर आज फिर नहाना आज सुबह ही नहा ला तू, पता नहीं जिंदगी पहली बारी मैंने कहता नहाना सुबह एवं ही ना। हाँ नहीं चलो जी आ जा इधे, ज़्यादा तेज होने लगी। जो जे बदल बन गए ने ना, ਹੁਣ ਤਬਾਹੀ ਵਾਲੀ ਬਾਰਿਸ਼ ਆਵੇਗੀ। ਅੱਜ ਫਿਰ ਇਹ ਜਗ੍ਹਾ ਜਿਹੜੀ ਨਾ ਸਾਰੀ ਫਿਲ ਹੋ ਜਾਣੀ ਪਾਣੀ ਨਾਲ। ਮੇਨ ਜਿਹੜੀ ਨੇ ਇਹ ਜ਼ਮੀਨ ਨੀਵੀਂ ਹੈਗੀ ਤੇ ਭਰੀ ਜਾਂਦਾ ਕਿਆਰਾ ਸਾਰਾ ਹੀ, ਇੱਥੋਂ ਗੁਜ਼ਰ ਕੇ ਪਾਣੀ ਅਗਲੀਆਂ ਜ਼ਮੀਨਾਂ ਨੂੰ ਲੱਗਦਾ, ਇਤਨਾ ਇੱਥੇ ਪਾਣੀ ਭਰੀ ਜਾਂਦਾ ਇਹਦੇ 'ਚ। बारिश पहले की निस्बत काफ़ी तेज़ हो गई हुई हैगी, लेकिन मैं तो सुकून ना खड़ा। लेकिन हुण मैनूं बकरियां की टेंशन हो रही हैगी कि बकरियां हुण भेजावन। वैसे तो उन्हें 7-8 बकरियां नाल ही आनियां, वो भी बिजणगियां अपनी बिजी दा। चलो कोई ना। तरपाल तो पानी जमा हो के हुण देखो थल्ले गिर रहा हैगा, काफ़ी वजनी कपड़ा है ना। वैसे भी हुण थल्ले पानी डायरैक्ट लीक नहीं हो रहा, एक जगह ते इकट्ठा होकर देखो इत्थों पानी अजे नहीं जा रहा, ਉੱਥੇ ਜਾ ਕੇ ਸਾਰਾ ਥੱਲੇ ਡੋਲ ਰਿਹਾ। ਮਾਸ਼ਾਅੱਲਾ ਜੀ ਬਾਰਿਸ਼ ਜਿਹੜੀ ਹੈਗੀ ਅੱਛੀ ਖਾਸੀ ਹੋ ਗਈ ਸੀ, ਆਪ ਚੈੱਕ ਕਰੋ। ਬਾਰਿਸ਼ ਹੁਣ ਰੁਕੀ ਹੋਈ, ਵੈਸੇ ਇਹ ਸਾਡੇ ਇਲਾਕੇ ਇੱਥੇ ਤਾਂ ਨਹੀਂ, ਸਾਡੇ ਪਿੰਡ ਇਤਨੀ ਜ਼ਿਆਦਾ ਬਾਰਿਸ਼ ਆਈ, ਕੋਈ ਪਤਾ ਨਹੀਂ ਸ਼ਹਿਰ ਜ਼ਿਆਦਾ ਬਾਰਿਸ਼ ਹੋ ਗਈ ਹੋਈ ਆ, ਔਰ ਕਿਸੇ ਕਰੀਬੀ ਇਲਾਕੇ 'ਚ ਨਾ ਬਹੁਤ ਜ਼ਿਆਦਾ ਬਾਰਿਸ਼ ਹੋਈ ਹੋਣੀ ਹੈਗੀ। ਇੱਥੇ ਮਾੜੀ ਮੋਟੀ ਤੁਹਾਨੂੰ ਪਤਾ ਫੁਆਰ ਦੀ ਤਰ੍ਹਾਂ ਹੀ ਪਹਿਲੇ ਤਕਰੀਬਨ ਕੋਈ 10-15 ਮਿੰਟ ਚੰਗੀ ਤੇਜ਼ ਰਹੀ, ਉਸ ਤੋਂ ਬਾਅਦ ਮਾੜੀ ਮੋਟੀ ਬਾਰਿਸ਼ ਰਹੀ ਹੈਗੀ। ਤੇ ਵੈਸੇ ਮਾਸ਼ਾਅੱਲਾ ਹੁਣ ਜਿਹੜੀਆਂ ਫਸਲਾਂ ਨੇ ਦਿਨ ਬ ਦਿਨ ਵਧਣਗੀਆਂ, ਉੱਤੋਂ ਨਿਸਰਨੀ ਵੀ ਸ਼ੁਰੂ ਹੋ ਗਈ ਹੈ। ਇਹ ਜਵਾਰ ਹੈਗੀ ਅਗਲੇ ਦਿਨ ਗਿਰ ਗਈ ਸੀ ਨਾ, ਉਹ ਵੀ ਹੁਣ ਆਹਿਸਤਾ ਦੇਖੋ ਸਿੱਧੀ ਹੁੰਦੀ ਜਾ ਰਹੀ ਹੈਗੀ, ਗਿਰੀ ਹੋਈ ਹੈ। ਇੱਥੇ ਵਿੱਚ ਸੱਚ ਖਰਬੂਜ਼ੇ ਤੇ ਸੀਗੀਆਂ ਵੱਲਾਂ, ਬਲਕਿ ਖਰਾਬ ਹੋ ਗਈਆਂ ਹੋਣੀਆਂ ਨੇ ਜਦੋਂ ਲੇਟੀ ਹੈ ਨਾ ਥੱਲੇ, ਹੁਣ ਥੱਲੇ ਆ ਖਰਾਬ ਹੋ ਗਈਆਂ ਖਰਬੂਜ਼ੇ ਨਾ। ਮੈਂ ਕਿ ਉਹਨਾਂ 'ਤੇ ਲੱਗੇ ਹੋਣ, ਕਿਉਂਕਿ ਇਸ ਮੌਸਮ ਹੈ ਉਹਨਾਂ ਨੂੰ ਥੋੜ੍ਹੀ ਬਹੁਤੀ ਉਦੋਂ ਹਵਾ ਲੱਗਦੀ ਰਹੇ ਨਾ, ਵੱਡੀ ਨਾ ਹੁੰਦੀ ਜਵਾਰ, ਉਹਨਾਂ ਨੂੰ ਹਵਾ ਲੱਗਦੀ ਰਹਿੰਦੀ, ਫਿਰ ਉਹ ਖਰਬੂਜ਼ੇ ਉੱਤੇ ਲੱਗ ਜਾਣੇ। ਹੁਣ ਉਹ ਵੱਲਾਂ ਸੋਗੀਆਂ ਹੋਈਆਂ ਨੇ ਥੱਲੇ ਸਾਏ ਦੇ ਆ ਕੇ, ਉਹ ਖੜੀ ਹੈਗੀ ਇੱਕ ਉੱਥੇ ਵੱਲ। ਵੇਖਾਂਗੇ ਨਾ ਜਦੋਂ ਹੁਣ ਇਹਦੀ ਕਟਾਈ ਹੋਈ ਨਾ ਉਸ 'ਤੇ ਕਿ ਥੱਲੇ ਖਰਬੂਜ਼ੇ ਵਗੈਰਾ ਲੱਗੇ ਹੀ ਨਹੀਂ ਹੋਣੇ ਨੇ। ਇੱਕ ਵਾਰੀ ਘਰ ਦੇ ਵਿੱਚ ਮੈਂ ਇਸ ਮੌਸਮ ਤੋਂ ਵੀ ਉਦੋਂ ਮੈਂ ਲਿਆ ਸੀਗਾ ਮੋਟਰਸਾਈਕਲ, ਉਦੋਂ ਨਵਾਂ ਲਿਆ ਸੀ, ਉਸ ਤੋਂ ਬਾਅਦ ਹੀ ਮੈਂ ਪੱਟੀ ਸੀ, ਖਰਬੂਜ਼ਾ ਲੱਗਿਆ ਹੋਇਆ ਸੀ। ਸਮਝ ਲਾ ਇਸ ਮੌਸਮ ਦੇ ਵਿੱਚ ਹੀ ਨਾ ਉਹ ਮੈਂ ਖਰਬੂਜ਼ਾ ਉਗਾਇਆ ਸੀਗਾ, ਅਤੇ ਇੰਨਾ ਐਡਾ ਖਰਬੂਜ਼ਾ ਸੀਗਾ, ਉਹਦਾ ਰੰਗ ਹੀ ਪੀਲਾ ਜਦੋਂ ਹੋਇਆ ਉਦੋਂ ਮੈਂ ਪੱਟਿਆ ਆ ਗਿਆ, ਦਾਦਾ ਜਾਨ ਨੂੰ ਪਹਿਲੇ ਖਿਲਾਇਆ ਸੀਗਾ। ਬੜਾ ਮਜ਼ੇਦਾਰ ਖਰਬੂਜ਼ਾ ਸੀ। ਉਸੇ ਤਰ੍ਹਾਂ ਬੇਮੌਸਮੀ ਜਿਹੀ ਚੀਜ਼ ਹੈ ਨਾ, ਉਗ ਜਾਂਦੀ, ਲੇਕਿਨ ਉਹਨੂੰ ਹਵਾ ਵਗੈਰਾ ਲੱਗਦੀ ਰਹੇ ਨਾ ਇਸ ਨੂੰ ਦੂਸਰੇ ਨੂੰ ਖਰਬੂਜ਼ੇ ਦੀ ਵੱਲ ਨੂੰ, ਅਤੇ ਇਸ ਮੌਸਮ ਵਿੱਚ ਗੱਡੀ ਹੋਵੇ ਤਾਂ ਖਰਬੂਜ਼ਾ ਲੱਗ ਜਾਂਦਾ ਹੁੰਦਾ, ਅਤੇ ਜਾਂ ਤਰਬੂਜ਼ ਗੱਡਿਆ ਹੋਵੇ ਉਹਨੂੰ ਬਸ ਹਵਾ ਲੱਗਦੀ ਵੀ ਹੋਵੇ ਅਤੇ ਉਹ ਉੱਗ ਜਾਂਦੇ ਨੇ, ਮਤਲਬ ਕਿ ਵੱਧ ਜਾਂਦਾ ਹੈਗਾ, ਉੱਤੇ ਖਰਬੂਜ਼ੇ ਵੀ ਲੱਗ ਜਾਂਦੇ ਨੇਗੇ।
ਉਹ ਤੇ ਸਾਡੇ ਘਰ 'ਚ ਇਸ ਜਗ੍ਹਾ ਤੇ ਉਗਾਇਆ ਸੀ, ਇਸ ਜਗ੍ਹਾ ਤੇ ਉਹ ਹੁੰਦੀ ਸੀ ਕਿਆਰੀ ਛੋਟੀ ਜਿਹੀ ਹੁੰਦੀ ਸੀ, ਉਗਾਇਆ ਸੀਗਾ। ਪੁਰਾਣੀਆਂ ਵੀਡੀਓ ਯਾਰ ਜਾ ਕੇ ਵਿਜ਼ਿਟ ਕਰੋ ਨਾ, ਤੁਹਾਨੂੰ ਬੜਾ ਕੁਝ ਦੇਖਣ ਨੂੰ ਮਿਲੇਗਾ। ਪਹਿਲੇ ਬੜੇ ਕੰਮ ਕੀਤੇ ਹੋਏ ਨੇਗੇ, ਆਪਣੇ ਸ਼ੌਕ ਸਾਰੇ ਪੂਰੇ ਕੀਤੇ। ਜਦੋਂ ਚੈਨਲ ਸ਼ੁਰੂ ਕੀਤਾ ਸੀ ਨਾ, ਉਦੋਂ ਤਾਂ ਜਾ ਤੁਸੀਂ ਦੇਖ ਲਓ, ਮੇਰਾ ਗਾਰਡਨ ਬਹੁਤ ਪਿਆਰਾ ਹੁੰਦਾ ਸੀ। ਪਿੱਛੇ ਮੈਂ ਸਬਜ਼ੀਆਂ ਬਹੁਤ ਜ਼ਿਆਦਾ ਕੱਢਦਾ ਹੁੰਦਾ ਸੀ ਘਰ ਦੇ, ਉਦੋਂ ਫਿਰ ਪਿੱਛੇ ਘਰ ਨਹੀਂ ਨਾ ਬਣਿਆ ਹੋਇਆ ਸੀ। ਪੁਰਾਣੀਆਂ ਓਲਡ ਮੇਰੀ ਜੀ ਵੀਡੀਓ ਨੂੰ ਜਾ ਤੁਸੀਂ ਦੇਖੋ ਨਾ, ਤੁਹਾਨੂੰ ਬੜਾ ਕੁਛ ਮਜ਼ੇਦਾਰ ਦੇਖਣ ਨੂੰ ਮਿਲੇਗਾ। ਹੁਣ ਦੀ ਥੋੜ੍ਹੀ ਜਿਹੀ ਜੇ ਨਾ ਲਾਈਫ ਬੋਰ ਜੀ ਹੈਗੀ, ਟੈਨਸ਼ਨਾਂ ਦੀ ਹੈਗੀ, ਵਲਾਗ ਹੀ ਥੋੜ੍ਹੇ ਜਿਹੇ ਬੋਰ ਹੁੰਦੇ ਨੇ, ਲੇਕਿਨ ਤੁਸੀਂ ਮੈਨੇਜ ਕੀਤੇ ਕਰੋ ਇਨਸ਼ਾਅੱਲਾ ਤਾਲਾ। ਇਹ ਜ਼ਿੰਦਗੀ 'ਚ ਵਕਤ ਹਮੇਸ਼ਾ ਇੱਕ ਜੈਸਾ ਨਹੀਂ ਰਹਿੰਦਾ, ਤੁਹਾਨੂੰ ਨਹੀਂ ਪਤਾ ਹੈਗਾ। ਕੋਈ ਨਹੀਂ, ਸਾਰੀ ਟੈਨਸ਼ਨਾਂ ਇਨਸ਼ਾਅੱਲਾ ਤਾਲਾ ਖਤਮ ਹੋ ਹੀ ਜਾਣੀਆਂ ਨੇ ਇੱਕ ਨਾ ਇੱਕ ਦਿਨ। ਮੈਂ ਜੀ ਇੱਧਰ ਘਰ ਆਇਆ, ਦੇਖਿਆ ਹੈਗਾ ਤੇ ਅੰਮੀ ਤੇ ਪ੍ਰੀਸ਼ਾ ਸਾਰੇ ਜਿਹੜੇ ਨਹਾਉਣ ਦੁਪਹਿਰ ਦੇ ਖਾਣੇ ਦੇ ਇੰਤਜ਼ਾਮ ਨੂੰ ਲੱਗੇ ਹੋਣੇ। ਸਵੇਰ ਦਾ ਨਾਸ਼ਤਾ ਹੀ ਹੋਏਗਾ ਤੇ ਦੁਪਹਿਰ ਦਾ ਖਾਣਾ ਹੀ ਹੋਏਗਾ। ਹਾਂਜੀ, ਆਟਾ ਗੁੰਨਿਆ ਇਹ ਨਾ ਸਰ ਰਾਤ ਨੂੰ ਤਾਂ ਖਾਣਾ ਕਿਸੇ ਨੇ ਖਾਧਾ ਕੋਈ ਨਹੀਂ, ਬਿਜਲੀ ਦੀ ਪਰੇਸ਼ਾਨੀ ਦੇ ਵਿੱਚ ਸਾਰੇ ਬੱਚੇ ਜਿਹੜੇ ਉਵੇਂ ਹੀ ਸੌਂ ਗਏ ਸੀਗੇ। ਤੇ ਹੁਣ ਮੈਂ ਕਿਹਾ ਟਾਈਮ ਨਾਲ ਇਹਨੂੰ ਪਕਾ ਕੇ ਦੇ ਦੇਣੀ, ਕਿਉਂਕਿ ਇੱਕ ਮੌਸਮ ਵੀ ਖਰਾਬ ਹੈਗੀ ਤੇ ਬਾਰਿਸ਼ ਵੀ ਕਿਸੇ ਵਕਤ ਆ ਸਕਦੀ। ਉਹ ਤਾਂ ਵਾਕਿਆ ਬੱਦਲ ਤਾਂ ਬਣੇ ਹੋਏ ਨੇ, ਕਿਸੇ ਟਾਈਮ ਬਾਰਿਸ਼ ਆ ਸਕਦੀ। ਕਿ ਅੰਮੀ ਸਾਨੂੰ ਤਵੇ ਤੇ ਜਿਹੜਾ ਨਾ ਘਿਓ ਵਾਲੇ ਪਰੌਂਠੇ ਪਕਾ ਕੇ ਦੇ, ਮਿਰਚਾਂ ਤੇ ਪਿਆਜ਼ ਵਿੱਚ ਪਾ ਕੇ ਨਾ, ਮਤਲਬ ਕਿ ਪਰਾਠੇ ਪੱਕਣ ਲੱਗੇ ਨੇ। ਇਹ ਤਾਂ ਅੱਜ ਪ੍ਰੀਸ਼ਾ ਹੀ ਮਿਹਨਤ ਕਰ ਰਹੀ ਹੋਣੀ, ਜੇ ਆਇਸ਼ਾ ਦੀ ਹੈਲਪ ਨਹੀਂ ਕਰਾਂਗੀ। ਇਹਨਾਂ ਦੀ ਇਹ ਨਾ ਫਰਮਾਇਸ਼ ਇਹਨਾਂ ਦੀ, ਮੈਂ ਕਿਹਾ ਮੈਨੂੰ ਕੋਈ ਮਸਾਲਾ ਬਣਾ ਕੇ ਦਿਓ ਤੇ ਮੈਂ ਤੁਹਾਨੂੰ ਬਣਾ ਦੇਣੀ। ਉਹ ਸੱਚੀ ਆਪਣੀ ਬੱਕਰੀਆਂ ਦਾ ਕੀ ਬਣਿਆ ਹੋਣਾ। ਅੱਗੇ ਮੈਂ ਦੇਖ ਰਿਹਾ ਸੀ, ਉੱਥੇ ਲਈ ਫਿਰਦਾ ਸੀ ਉਹ ਨਾ ਜੈਨੀ, ਉਹ ਗਫਾਰ ਨਹੀਂ, ਉਹਨੇ ਬੈਖੜ ਦੇ ਅੱਗੇ ਉਹ ਜਿਹੜੀ ਜਗ੍ਹਾ ਬਰਾਂਦਾ ਬਣਿਆ, ਉੱਥੇ ਡੱਕੀ ਖੜਾ ਸੀ। ਮੈਂ ਕਿਹਾ ਇੱਥੇ ਨੇ ਬਾਰਿਸ਼ ਦੇ ਟਾਈਮ ਰੁਕੀ ਹੋਣੀ। ਮੈਂ ਬੜਾ ਪਰੇਸ਼ਾਨ ਪਹਿਲਾਂ ਹਿਫਾਜ਼ਤ ਕਰੇਗਾ, ਉਹਦੀ ਆਪਣੀਆਂ ਬੱਕਰੀਆਂ ਹੀ ਤੇ ਨਾਲੇ ਹੀ ਨਹੀਂ ਆ ਦੇਖਣ, ਉਹਨੇ ਹਿਫਾਜ਼ਤ ਕਰੇਗਾ, ਬਿਜਣ ਨਹੀਂ ਦਿੰਦੇ ਨੇ। ਜਿਹੜੀਆਂ ਬੱਕਰੀਆਂ ਉਹ ਬੜੀਆਂ ਮਹਿੰਗੀਆਂ ਨੇ। ਹਾਂ, ਉਹਦੀ 80,000 90,000 ਦੱਸ ਰਹੇ ਸੀ ਅੰਕਲ। ਉਹ ਵੱਡੀਆਂ ਬੱਕਰੀਆਂ ਜਿਹੜੀਆਂ ਬੜੀਆਂ ਮਹਿੰਗੀਆਂ ਨੇਗੀਆਂ, ਕਿਉਂਕਿ ਨਾ ਜਦੋਂ ਅਸੀਂ ਬੱਕਰੀਆਂ ਲੱਭਣ ਲੱਗੇ ਸੀ, ਸਾਰੀਆਂ ਬੱਕਰੀਆਂ ਦੇ ਰੇਟਾਂ ਦਾ ਅਸੀਂ ਪਤਾ ਕੀਤਾ ਸੀ। ਫਿਰ ਜਿਹੜੀਆਂ ਸਾਨੂੰ ਲੱਗੀਆਂ ਮੁਨਾਸਬ ਜੀਆਂ ਉਹ ਹੀ ਲਈਆਂ ਸੀਗੀਆਂ, ਕਿਉਂਕਿ ਜਿੰਨਾ ਬਜਟ ਸੀ ਉਤਨੀਆਂ ਕੁ ਲੈਣੀਆਂ ਸੀਗੀਆਂ। ਬਾਰਿਸ਼ ਨਹੀਂ ਹੈਗੀ, ਮੈਂ ਕਿਹਾ ਬਾਰਿਸ਼ ਨੇ ਸ਼ੁਰੂ ਹੋ ਗਈ, ਉੱਤੋਂ ਆ ਪੱਤੇ ਜਿਹੜੇ ਨਾ ਹਾਂ ਗਿਰਦਾ ਪਿਆ ਹੈਗਾ, ਪਾਣੀ ਰੁਕਿਆ, ਸਟਾਕ ਹੋਇਆ ਜਾਂ ਬਾਰਿਸ਼ ਦਾ ਪਾਣੀ ਗਿਰ ਰਿਹਾ। ਬਾਰਿਸ਼ ਦਾ ਵੀ ਕੋਈ ਪਤਾ ਨਹੀਂ, ਕਿਸੇ ਵਕਤ ਵੀ ਆ ਸਕਦੀ, ਕਿਉਂਕਿ ਬੱਦਲ ਤਾਂ ਜਿਹੜੇ ਨੇ ਉਤੋਂ ਛਾਏ ਹੋਣਗੇ, ਕਿਸੇ ਵਕਤ ਵੀ ਹੋਣ ਲੱਗ ਪਏ। ਹਾਂ, ਤੇ ਆਲੀ ਪਿਆਜ਼ ਵਗੈਰਾ ਹੁਣ ਕੁੱਟਣੇ ਨੇ, ਦੋਹਰੀ ਚ ਕੁੱਟ ਕੇ ਮਸਾਲਾ ਬਣੇਗਾ। ਓਕੇ ਹੋ ਗਿਆ। ਬੱਦਲ ਹੋਰ ਆ ਗਏ ਨਾ ਪੁਜਾਨ, ਹੁਣ ਫਿਰ ਬਾਰਿਸ਼ ਆਉਣ ਲੱਗੀ। ਬਾਰ ਹੁੰਦੀ ਰਹਿਣੀ ਬਾਰਿਸ਼, ਫਿਰ ਬੱਦਲ ਆ ਗਏ ਨਾ, ਹਨੇਰਾ ਜੇ ਹੋ ਰਿਹਾ ਹੈਗਾ, ਫਿਰ ਬਾਰਿਸ਼ ਆਉਣ ਲੱਗੀ। ਪਹਿਲਾਂ ਤਾਂ ਪਾਣੀ ਉਵੇਂ ਹੀ ਖੜਾ ਬਾਰਿਸ਼ ਦਾ। ਚਲੋ ਮੈਂ ਕਿਹਾ ਮੌਸਮ ਮਾਸ਼ਾਅੱਲਾ ਠੰਡਾ ਬਣਿਆ, ਬਾਰਿਸ਼ ਵਗੈਰਾ ਆਈ ਹੈ, ਇੱਦਾਂ ਚੱਲਨੇ ਆ ਫਸਲਾਂ ਵਾਲੀ ਸਾਈਡ, ਥੋੜਾ ਬਹੁਤ ਚੱਲ ਕੇ ਨਾ ਦੇਖਣੇ ਆਗੇ। ਚੈੱਕ ਕਰੋ ਜੀ ਕੀ ਬਾਤ ਹੈ, ਮਾਸ਼ਾਅੱਲਾ ਇੱਦਾਂ ਨਾ ਹਰਿਆਲੀ ਹੈਗੀ। ਹੁਣ ਤਾਂ ਬੰਨਿਆ ਤੇ ਘਾਸ ਨੀਰਾ ਹੋ ਗਿਆ ਖੜਾ। ਵੈਸੇ ਬੱਕਰੀਆਂ ਨੂੰ ਨਾ ਇੱਥੇ ਬੰਦਾ ਲਿਆ ਕੇ ਚਰਾ ਲਵੇ, ਇਹ ਵਿੱਚ ਜਿਹੜੀ ਜਗ੍ਹਾ ਵਿਹਲੀ ਪਈ ਨਾ, ਇੱਥੇ ਲੈ ਕੇ ਆ ਗਿਆ, ਬੰਨਿਆ ਤੇ ਚਰਾਂਦਾ ਫਿਰਿਆ। ਲੋਕਾਂ ਦੀਆਂ ਜਿਹੜੀਆਂ ਨੇ ਫਸਲਾਂ ਵਗੈਰਾ ਦਾ ਨੁਕਸਾਨ ਨਹੀਂ ਕਰਦੀਆਂ। ਤੁਹਾਨੂੰ ਪਤਾ ਬੱਕਰੀਆਂ ਨੂੰ ਘਾਸ ਪਸੰਦ ਹੁੰਦਾ, ਉਹਨਾਂ ਨੂੰ ਹੈ ਜਵਾਰ ਵਗੈਰਾ ਇਤਨੀ ਪਸੰਦ ਨਹੀਂ ਹੈਗੀ। ਉਹ ਜੋ ਘਾਸ ਬੜਾ ਚਰਦੀਆਂ ਨੇ, ਜਿਵੇਂ ਵਿਹਲੀ ਜ਼ਮੀਨ ਪਈ ਨਾ ਇੱਦਾਂ ਹੈ। ਮਾਸ਼ਾਅੱਲਾ ਦੇਖੋ ਹਰਿਆਲੀ। ਇਹ ਸਾਵਣ ਦੇ ਮੌਸਮ ਬਹੁਤ ਜ਼ਿਆਦਾ ਘਾਸ ਉਗਦਾ। ਇਹ ਬੱਕਰੀਆਂ ਦਾ ਫੇਵਰੇਟ ਘਾਸ ਹੈਗਾ, ਇਹ ਵਾਲਾ ਜਿਹੜਾ ਥੱਲੇ ਉੱਗਿਆ, ਇਹ ਚੁਣ ਕੇ ਖਾਵਣਗੀਆਂ। ਇੱਟ ਸਿੱਟ ਤਾਂ ਹੁਣ ਬਹੁਤ ਜ਼ਿਆਦਾ ਉਗਣੀ, ਕਿਉਂਕਿ ਜਿੱਥੇ ਆਲੀ ਹੋਵੇ ਨਾ ਉੱਥੇ ਤੇ 100 ਬਹੁਤ ਜ਼ਿਆਦਾ ਉਗਦੀ। ਇਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਇੱਟ ਸਿੱਟ, ਉਰਦੂ 'ਚ ਕੀ ਕਹਿੰਦੇ ਨੇ ਮੈਨੂੰ ਨਹੀਂ ਪਤਾ, ਲੇਕਿਨ ਇੱਥੇ ਉੱਗੀ ਬਹੁਤ ਜ਼ਿਆਦਾ ਖੜੀ। ਸਾਰੀ ਹਾਲੀ ਤਾਂ ਉਗ ਰਹੀ ਹੈਗੀ, ਉਹਦੇ ਪਿੱਛੇ ਜ਼ਮੀਨਾਂ ਨੇ ਉੱਦਾਂ ਹੀ ਐਵੇਂ ਜਿਹੜੀ ਨਾ ਉਗਦੀ ਪਈ ਹੈਗੀ। ਚੱਲ ਹੀ ਉਹਨਾਂ ਨੇ ਸਿੱਟੀ ਨੇ, ਇੱਥੇ ਖਾਦ ਦੀ ਜ਼ਰੂਰਤ ਨਹੀਂ ਪੈਣੀ। ਦੇਖਿਆ ਜੀ ਇੱਥੇ ਫਸਲਾਂ ਕਿਵੇਂ ਹੁੰਦੀਆਂ। ਬਾਕੀ ਸਾਰੀ ਲੇਟ ਗਈ ਸੀਗੀ, ਹੁਣ ਆਹਿਸਤਾ ਜਿਹੜੀ ਨਾ ਸਟੇਟ ਹੋ ਰਹੀ, ਮਤਲਬ ਸਿੱਧੀ ਹੁਣ ਹੋ ਰਹੀ ਹੈਗੀ। ਇਹ ਥੱਲੋਂ ਦੇਖੋ ਨਾ ਜਿਵੇਂ ਜੜ੍ਹਾਂ ਹੀ ਪੱਟੀਆਂ ਗਈਆਂ ਇੱਕ ਸਾਈਡ ਤੋਂ, ਲੇਕਿਨ ਇਹ ਹੁਣ ਉੱਗੇਗੀ। ਇਹ ਬਾਅਦ ਜਿਹੜਾ ਨਿਕਲੀਆਂ ਨੇ ਬਾਰਿਸ਼, ਪਰਸੋਂ ਵੇਖ ਲਓ ਬਾਰਿਸ਼ ਆਈ, ਉਦੋਂ ਸਾਰੀ ਟੁੱਟੀਆਂ ਸੀ। ਕੱਲ ਕਿਤਨੀ ਜੜ੍ਹਾਂ ਨਿਕਲ ਗਈਆਂ ਨੇ, ਹੁਣ ਉੱਗ ਜਾਵੇਗੀ, ਕੋਈ ਨਹੀਂ ਸੁੱਕੇਗੀ। ਤੋਂ ਹਰੀ ਵੀ ਹੋਈ ਖੜੀ, ਕਣੀਆਂ ਪੈ ਰਹੀਆਂ ਨੇ। ਚੱਲ ਫਿਰ ਘਰ ਚਲੀਏ। ਇੱਥੇ ਵੀ ਤਾਂ ਸਾਰੀ ਇੱਟ ਸਿੱਟ ਉੱਗੀ ਹੋਈ ਆ। ਬੱਕਰੀਆਂ ਬੜੀ ਸ਼ੌਕ ਨਾਲ ਖਾਵਣਗੀਆਂ ਇੱਟ ਸਿੱਟ, ਜ਼ਿਆਦਾ ਮੈਨੂੰ ਉਹਨਾਂ ਨੂੰ ਅੱਛੀ ਹੁੰਦੀ, ਤੁਹਾਨੂੰ ਪਤਾ ਹੈ। ਫਿਰ ਮਸਲਾ ਬਣ ਜਾਂਦਾ ਹੈਗਾ। ਅਗਲੀ ਬੱਕਰੀ ਆਪਣੀ ਐਵੇਂ ਮਸਲਾ ਬਣਿਆ ਸੀ, ਉਹਨੇ ਜ਼ਿਆਦਾ ਗਰਮ ਚੀਜ਼ਾਂ ਖਾ ਲਈਆਂ, ਅਤੇ ਇਹ ਗਰਮ ਬਹੁਤ ਜ਼ਿਆਦਾ ਹੁੰਦੀ ਇੱਟ ਸਿੱਟ। ਇਹਦੇ ਨਾਲ ਘਾਸ ਰਲਾ ਖਵਾਉਣ, ਫਿਰ ਬੜੀ ਸ਼ੌਕ ਨਾਲ ਖਾਂਦੀਆਂ ਨੇ ਬੱਕਰੀਆਂ। ਹਾਏ ਜੀ ਆਪਣੀਆਂ ਬੱਕਰੀਆਂ ਚਾਰ ਚੁਰ ਕੇ ਆ ਗਈਆਂ ਨਹੀਂ ਗਿਆ। ਉਹ ਬਕੈਨ ਉੱਥੋਂ ਖਵਾਈ, ਫਿਰ ਖਵਾਈ ਕੋਈ ਬਕੈਨ ਕੌਣ ਕਿਵੇਂ ਪੁੱਛ ਲਵਾਂ ਇਹਨਾਂ ਕੋ, ਕਹਿੰਦਾ ਮੈਂ ਪੁੱਛ ਲੈ ਇਹਨਾਂ ਕੋ, ਰੱਜੀਆਂ ਵਧੀਆ ਨਹੀਂ, ਉਹ ਆਪਣੇ ਆਪ ਹੀ ਘਰ ਜਾ ਰਹੀਆਂ ਨੇ ਆਪਣੇ। ਚਲੋ ਇੱਕ ਉਹ ਫਿਰਦੀ, ਇੱਕ ਇਹ ਫਿਰਦੀ ਹੈਗੀ ਆਪਣੀ ਬੱਕਰੀ। ਚਲੋ ਉਹ ਆਪੇ ਹੀ ਚਲੇਗੀ ਦੁਕਾਨ ਦੇ ਅੰਦਰ ਹੋ ਕੇ ਅੱਬੂ ਜਾਨ।
ਦੇਣੀਆਂ ਨੇ ਸਾਨੂੰ ਆਪੇ ਜਾ ਰਹੀਆਂ। ਅੱਛਾ ਆਪੇ ਹੀ ਉਹ ਦੂਸਰੀ ਤੰਦਰ ਚਲੀ ਗਈ ਬੱਚਿਆਂ ਵਾਲੀ, ਇਹ ਗਈ ਇਹ ਨਾਲੇ ਗਈ ਇਹ ਉੱਥੇ ਰਹੀ ਉਹ ਗਈ। ਓਏ ਉਹ ਸਾਡੀ ਬੱਕਰੀ ਵਾਪਸ ਕਰ ਪਈ। ਮੈਨੂੰ ਲੱਗਦਾ ਦੋਸਤੀ ਹੋ ਗਈ ਇਹਨਾਂ ਨਾਲ। ਇਹ ਛੋਟੇ ਛੋਟੇ ਦੇਖੋ ਕਿੰਨੇ ਪਿਆਰੇ ਨੇਗੇ। ਆ ਜਾ ਚਲੀਏ ਆਪਾਂ ਆਪਣੇ ਘਰ ਚਲੀਏ। ਉਧਰ ਚੱਲ ਸਾਰਿਆਂ ਨਾਲ ਰਲ ਕੇ ਹੁਣ ਪਹਿਚਾਨ ਹੋ ਗਈ ਮੈਨੂੰ ਲੱਗਦਾ ਇਹਨਾਂ ਦੀ ਨਾ ਦੋਸਤਾਂ ਦੀ। ਕਿੱਥੇ ਜਾਵਣ ਲੱਗੀ ਐ? ਉਹ ਦਰਦ ਹੋਵੇਗੀ ਨਾ। ਚੱਲ ਆ ਜਾ ਚੱਲ ਅੰਦਰ ਚੱਲ। ਇੱਧਰ ਨੂੰ ਪਰ ਯਾਰ ਇਹਨੂੰ ਦੇ ਵਾਲ। ਚੱਲ ਸਨੈਨ ਲੈ ਗਿਆ ਸਨੈਨ। ਵਾਹ ਕੀ ਬਾਤ ਹੈ ਯਾਰ। ਉਹ ਦੂਸਰੀਆਂ ਚਲੀਆਂ ਗਈਆਂ। ਚੱਲ ਹੁਣ ਅੰਦਰ। ਪਹਿਚਾਨ ਕੀਤੀ ਖੜੀ ਆਪਣੇ ਦੋਸਤਾਂ ਦੀ। ਚੱਲ ਬਹੁਤ ਮੁਸ਼ਕਿਲ ਇਹਨੂੰ ਇੱਥੇ ਲੈ ਆਏ ਆਗੇ। ਚਲੋ ਜੀ ਇੱਥੋਂ ਹੀ ਖਾ ਰਹੀਆਂ ਹਾਲੀ ਤੱਕ। ਉਹ ਤਾਂ ਕਹਿ ਰਿਹਾ ਸੀ ਬੱਕਰੀਆਂ ਕੋ ਪੁੱਛ ਲਓ ਇਹਨਾਂ ਨੇ ਖਾਧਾ ਰਾਜ ਕੇ ਅੰਮੀ ਜਾਨ। ਇਹ ਤਾਂ ਇੱਥੇ ਹੀ ਆ ਖਾ ਰਹੀ। ਚਲੋ ਜਿੰਨਾ ਹੀ ਖਾਵਣ ਅੱਛਾ ਹੈਗਾ ਇਹਨਾਂ ਨੂੰ। ਮਾਸ਼ਾਅੱਲਾ ਜੀ ਬੱਕਰੀਆਂ ਦਾ ਝੁੰਡ ਚੈੱਕ ਕਰੋ। ਅੱਗੇ ਡੇਲੀ ਮੈਂ ਦਿਖਾਉਂਦਾ ਸੀ ਜਦੋਂ ਸੁਬਹ ਜਾ ਰਿਹਾ ਹੁੰਦਾ ਸੀ ਸ਼ਹਿਰ, ਉਦੋਂ ਲੈ ਕੇ ਆਉਂਦੇ ਪਾਉਂਦੇ ਆ। ਹੁਣ ਚਰਾਵਣ ਦੀ ਆ ਰਹੇ ਤੇ ਇੱਧਰ ਜੀ ਮਾਸ਼ਾਅੱਲਾ ਪਰੋਠੇ ਚੱਲ ਰਹੇ ਨੇਗੇ। ਮੇਰੇ ਹਿੱਸੇ ਦਾ ਤਾਂ ਮੈਨੂੰ ਮਿਲ ਗਿਆ ਹੈਗਾ। ਉਹ ਤੁਸੀਂ ਚੈੱਕ ਕਰੋ ਜੀ ਮਾਸ਼ਾਅੱਲਾ ਕੀ ਬਾਤ ਹੈ। ਗਰਮਾ ਗਰਮ ਬਾਰਿਸ਼ ਦੇ ਪਰੋਠੇ ਚੱਲ ਰਹੇ ਨੇ ਅੱਜ ਤਾਂ, ਕੀ ਬਾਤ ਹੈ। ਤੇ ਮੈਂ ਤਾਂ ਬਸ ਨਾ ਇਕੱਲਾ ਪਰੋਠਾ ਹੀ ਖਾਣਾ, ਬਾਕੀ ਨਾਲ ਚਾਹ ਹੀ ਅੰਮੀ ਜਾਨ ਨੇ ਬਣਾਈ ਹੈਗੀ। ਮੈਨੂੰ ਪਤਾ ਤਾਂ ਹੈਗਾ ਕਿ ਮੈਂ ਚਾਹ ਪੀਂਦਾ ਨਹੀਂ ਸ਼ੌਕ ਨਾਲ, ਬਸ ਪਰੋਠਾ ਹੀ ਖਾਣਾ ਹੈਗਾ। ਤੇ ਇਹ ਮੇਰਾ ਫੇਵਰੇਟ ਹੈਗਾ। ਜ਼ਿਆਦਾਤਰ ਪਰੋਠਾ ਹੋ ਗਿਆ ਜਾਂ ਚਾਵਲ ਹੋ ਗਏ, ਕਰਾਰੀਆਂ ਚੀਜ਼ਾਂ ਬੜੀ ਸ਼ੌਕ ਨਾਲ ਮੈਂ ਖਾਂਦਾ ਹੁੰਦਾ। ਤਾਂ ਤੇ ਮੇਰੇ ਮੂੰਹ ਦੇ ਉੱਤੇ ਦਾਣੇ ਨਹੀਂ ਹਟ ਰਹੇ ਨੇਗੇ। ਅੰਮੀ ਜਾਨ ਨੇ ਕਿੰਨੀ ਵਾਰੀ ਕਿਹਾ ਨੇ ਗਰਮ ਚੀਜ਼ਾਂ ਖਾਣੀਆਂ ਛੱਡ ਦੇ, ਲੇਕਿਨ ਮੇਰੇ ਕੋਲ ਨਹੀਂ ਰਿਹਾ ਜਾਂਦਾ ਹੈਗਾ। ਮੇਰਾ ਯਕੀਨ ਕਰ ਜੋ ਖਰਾਬ ਹੋ ਜਾਂਦਾ, ਲੇਕਿਨ ਮੈਂ ਜਿਹੜਾ ਨਾ ਰੁਕਦਾ ਨਹੀਂ ਆ ਕਰਾਰੀਆਂ ਚੀਜ਼ਾਂ ਖਾਣ ਤੋਂ। ਬਹੁਤ ਮੈਨੂੰ ਪਸੰਦ ਨਹੀਂ ਕਰਾਰੀ ਚੀਜ਼ਾਂ। ਚਲੋ ਅੰਦਰ ਦੁਕਾਨ ਹੀ ਬੈਠ ਖਾਂਦੇ ਆ। ਆਪੂ ਜਾਨ ਵੀ ਅੰਦਰ ਹੀ ਬੈਠੇ ਨੇ। ਹਾਂਜੀ ਸੀ ਇੱਥੇ ਨਾਸ਼ਤਾ ਕਰ, ਫਿਰ ਮੈਂ ਇੱਧਰ ਬਹਿਣਾ ਇੱਥੇ ਫਰੀਜ਼ਰ ਤੇ। ਬੱਕਰੀਆਂ ਇੱਥੇ ਬਾਹਰ ਹੀ ਬੰਨ੍ਹਤੀਆਂ ਸੀਗੀਆਂ, ਪਹਿਲੇ ਅੰਦਰ ਹੀ ਚਲੀਆਂ ਗਈ ਸੀ, ਇੱਥੇ ਬਾਹਰ ਹੀ ਇਹਨਾਂ ਨੂੰ ਬੰਨ੍ਹਤਾ ਆ ਗਿਆ। ਮੈਂ ਵੀ ਇੱਥੇ ਬੈਠ ਖਾ ਲਵਾਂ। ਫਿਰ ਜਿਸ ਤਰ੍ਹਾਂ ਕਿ ਰਾਤ ਨੂੰ ਤੁਹਾਨੂੰ ਦੱਸਿਆ ਸੀ ਬੜੀ ਟੈਨਸ਼ਨ ਬਣ ਗਈ ਹੈ ਕਿ ਵਾਪਟਾ ਵਾਲੇ ਆਪਣੇ ਮੀਟਰ ਦੀ ਤਾਰ ਕੱਢ ਕੇ ਚਲੇ ਗਏ ਸੀ। ਉਹਨਾਂ ਨੇ ਗੱਲਬਾਤ ਕਰਕੇ ਰਾਤ ਨੂੰ ਉਹਨਾਂ ਨੇ ਬਣਾਇਆ ਸੀਗਾ ਸਾਨੂੰ ਤਾਰ ਲਾਵਾਂ ਦਿਓ, ਸਵੇਰ ਤੱਕ ਅਸੀਂ ਕਿਧਰ ਨਾ ਕਿਧਰ ਉਹਨਾਂ ਕੋਲ ਪੈਸਿਆਂ ਦਾ ਅਰੇਂਜ ਕਰ ਲੈਣੇ ਆਂਗੇ। ਤੇ ਅੰਮੀ ਤੱਬੂ ਐਸੇ ਕੰਮ ਦੇ ਪਿੱਛੇ ਜਾਣ ਲੱਗੇ ਨੇ। ਕੋਈ ਨਹੀਂ ਅੱਲਾਹ ਪਾਕ ਕਰਮ ਕਰੇਗਾ। ਚਲੋ ਉਤਨੇ ਨਹੀਂ ਤੇ ਕੁਛ ਅੱਬੂ ਜਾਨ ਅੱਧਿਆਂ ਦਾ ਹੀ ਅਰੇਂਜ ਹੋ ਗਿਆ ਨਾ। ਤੇ ਇਹ ਹੈਗਾ ਕਿ ਚਲੋ ਮੰਨ ਤੇ ਜਾਵਣਗੇ ਨਾ ਅਗਲੇ ਮਹੀਨੇ, ਚਲੋ ਕੋਈ ਕਰ ਲਵਾਂਗੇ। ਵੈਸੇ ਤਾਂ 3 ਮਹੀਨਿਆਂ ਦਾ ਵੇਲੇ, ਚਲੋ ਕੋਈ ਨਹੀਂ ਦੇਖਣੇ ਆਂਗੇ। ਜਾਵਣ ਲੱਗੇ ਨਵੀਂ ਅੱਬੂ ਰਲ ਕੇ ਤੇ ਆ ਜਾਂਦੇ ਨੇ। ਉਸ ਤੋਂ ਬਾਅਦ ਫਿਰ ਦੇਖਣੇ ਆ ਕਿੰਨੇ ਪੈਸੇ ਦਾ ਅਰੇਂਜ ਹੁੰਦਾ ਹੈਗਾ। ਇੱਕ ਪਾਸੋਂ ਹੈਗੀ ਥੋੜੀ ਬਹੁਤੀ ਮਿਹਨਤ ਜਿਵੇਂ ਹੀ ਹੁੰਦਾ ਹੈ ਅਰੇਂਜ ਇਨਸ਼ਾਅੱਲਾ ਤਾਲਾ। ਫਿਰ ਆ ਜਾਂਦੇ ਉੱਤੇ ਤੱਕ ਮੈਂ ਅੰਕਲ ਉਹਨਾਂ ਨੂੰ ਫਿਰ ਬਿਠਾਵਾਂਗਾ। ਉਹਨਾਂ ਨੂੰ ਕਹਾਂਗੇ ਇੱਕ ਵਾਰੀ ਨਾਕ ਕੱਟਿਆ ਜਾਂ ਮੀਟਰ ਕੱਟ ਕੇ ਅੱਜ ਉਹਨਾਂ ਨੇ ਲੈ ਜਾਣਾ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਮੈਂ ਆਵਾਂਗਾ ਬੈਂਕ ਟਾਈਮ ਤੇ ਬੈਂਕ ਟਾਈਮ ਨਾਲ ਮੈਂ ਲੈ ਜਾਵਾਂਗਾ ਮੀਟਰ। ਬੈਂਕ ਕੇ ਕੋਈ ਜਮਾ ਵਗੈਰਾ ਕਰਾਣਾ ਹੁੰਦਾ, ਕੀ ਰੋਲਾ ਹੈਗਾ ਮੈਨੂੰ ਇੰਦੀ ਨਹੀਂ ਸਮਝ ਆਈ। ਮੇਰੇ ਕੋਲ ਨਹੀਂ ਅੱਲਾਹ ਪਾਕ ਕਰਮ ਕਰੇਗਾ। ਬਸ ਤੁਸੀਂ ਦੁਆ ਕਰਨੀ। ਅੰਮੀ ਅੱਬੂ ਜਾ ਰਹੇ ਨੇਗੇ। ਮੈਂ ਇੱਥੇ ਬਹਿਣਾ ਆ ਗਿਆ ਦੁਕਾਨ 'ਚ। ਅੱਜ ਪਕੌੜੇ ਨਹੀਂ ਤਲਣੇ ਨੇ ਕਿਉਂਕਿ ਕੱਲ੍ਹ ਜੇ ਸੈਕਿੰਡ ਟਾਈਮ ਕੁਛ ਬਚ ਗਏ ਸੀਗੇ ਪਕੌੜੇ, ਇਹੀ ਪਏ ਨੇਗੇ। ਤੇ ਜ਼ਾਇਕਾ ਵਗੈਰਾ ਇਹਨਾਂ ਦੇ ਬਿਲਕੁਲ ਠੀਕ ਹੈ, ਇਹ ਨਹੀਂ ਕਿ ਖਰਾਬ ਹੋ ਗਏ ਨੇਗੇ। ਮੈਂ ਆਪ ਸਵੇਰ ਟਰਾਈ ਕੀਤਾ ਹੈ ਖਾ ਕੇ, ਬਿਲਕੁਲ ਫਰੈਸ਼ ਨੇਗੇ। ਬੱਚੇ ਆ ਰਹੇ ਨੇ ਉਹਨਾਂ ਨੇ ਇਹੀ ਪਕੌੜੇ ਦੇ ਰਹੇ ਆਂਗੇ। ਤੇ ਅੱਜ ਉਦੋਂ ਸਮਾਨ ਵਗੈਰਾ ਸ਼ਹਿਰੋਂ ਨਹੀਂ ਲੈ ਆਏ ਆਂਗੇ, ਉਧਰੋਂ ਮੌਸਮ ਵੀ ਥੋੜ੍ਹਾ ਖ਼ਰਾਬ ਹੈਗਾ। ਮੈਂ ਕਿਹਾ ਚਲੋ ਜੇ ਪਏ ਨੇਗੇ ਇਹ ਸੇਲ ਕਰ ਲੈਣੇ ਆਂਗੇ ਤੇ ਦੇਖਣੇ ਆਂਗੇ। ਅਗਰ ਥੋੜ੍ਹਾ ਮੌਸਮ ਬਿਹਤਰ ਹੁੰਦਾ ਨਾ ਫਿਰ ਔਰ ਜੇ ਤਲਾਈ ਕਰ ਲਵਾਂਗੇ। ਗਾਹਕਾਂ ਦੀ ਡਿਮਾਂਡ ਜ਼ਿਆਦਾ ਹੋਈ ਨਾ ਫੌਰਨ ਹੀ ਤਲਾਈ ਕਰ ਲਵਾਂਗੇ। ਕੋਈ ਨਹੀਂ ਨੇੜੇ ਹੀ ਸ਼ਹਿਰ ਹੈਗਾ, ਉੱਥੇ ਜਾ ਕੇ ਸਮਾਨ ਲੈਣਾ ਤਲਾਈ ਕਰਨੀ ਸ਼ੁਰੂ ਕਰ ਦੇਵਾਂਗੇ। ਹੁਣ ਮੈਂ ਡਰ ਇਸ ਗੱਲੋਂ ਰਿਹਾ ਆ ਗਿਆ ਕਿ ਬਾਹਰ ਮੌਸਮ ਖਰਾਬ ਹੈ, ਕਿਸੇ ਟਾਈਮ ਫਿਰ ਬਾਰਿਸ਼ ਸ਼ੁਰੂ ਹੋ ਸਕਦੀ। ਤਾਂ ਉਹ ਨਾ ਹੋਵੇ ਕਿ ਮੈਂ ਪਕੌੜਿਆਂ ਦਾ ਮਸਾਲਾ ਵਗੈਰਾ ਬਣਾ ਕੇ ਰੈਡੀ ਰੱਖਾਂ, ਜਿਵੇਂ ਮਸਾਲਾ ਬਣਾ ਲਵਾਂ ਤਲਾਈ ਕਰਨ ਲੱਗਿਆ ਉਤੋਂ ਬਾਰਿਸ਼ ਨਾ ਸ਼ੁਰੂ ਹੋ ਜਾਵੇ। ਕਿਉਂਕਿ ਮੇਰੇ ਨਾਲ ਜ਼ਿਆਦਾਤਰ ਹੁੰਦਾ ਹੀ ਐਵੇਂ। ਇੱਕ ਦਿਨ ਮੇਰਾ ਬੜਾ ਨੁਕਸਾਨ ਹੋਇਆ, ਸਾਨੂੰ ਯਾਦ ਹੀ ਹੋਣਾ ਹੈਗਾ। ਤੇ ਚਲੋ ਦੇਖ ਲੈਂਦੇ ਹਾਂ, ਥੋੜਾ ਜਿਹਾ ਮੌਸਮ ਸਾਫ਼ ਹੁੰਦਾ ਨਾ ਉਸ ਤੋਂ ਬਾਅਦ ਦੇਖਦੇ ਹਾਂ। ਕਿਉਂਕਿ ਬੱਦਲ ਜਿਹੜੇ ਨਾ ਇਸ ਸਾਈਡ 'ਚ ਦੇਖੋ ਬਹੁਤ ਜ਼ਿਆਦਾ ਨੇਗੇ, ਬਾਰਿਸ਼ ਵਾਲੇ ਬੱਦਲ ਨੇਗੇ ਸਾਰੇ। ਕੋਈ ਨਹੀਂ ਅੱਲਾਹ ਪਾਕ ਕਰਮ ਕਰੇਗਾ, ਦੇਖਦੇ ਹਾਂ ਨਾ ਕੁਛ ਟਾਈਮ ਇੰਤਜ਼ਾਰ ਕਰ ਲਈਏ। ਦੁਕਾਨੇ ਬੈਠੇ ਜੀ ਮੈਨੂੰ ਕਾਫੀ ਟਾਈਮ ਹੋ ਗਿਆ ਹੋਇਆ ਹੈਗਾ। ਤੇ ਉਧਰੋਂ ਅੰਮੀ ਅੱਬੂ ਗਏ ਹੋਏ ਸੀ, ਤੁਹਾਨੂੰ ਦੱਸਿਆ ਸੀਗਾ, ਉਹ ਵੀ ਆ ਗਏ ਹੋਏ ਨੇਗੇ। ਤੇ ਉਧਰੋਂ ਨਾ ਯਕੀਨਨ ਉਹ ਬੰਦੇ ਕਹਿੰਦੇ ਨੇ ਕਿ ਜਦੋਂ ਵਕਤ ਮਾੜਾ ਚੱਲਦਾ ਹੋਇਆ ਨਾ ਉਦੋਂ ਕੋਈ ਵੀ ਨਹੀਂ ਸਾਥ ਦਿੰਦਾ। ਤੇ ਮੈਂ ਯਕੀਨਨ ਸਾਰੇ ਜੇ ਮੇਰੇ ਵੀਵਰ ਨੇ ਮੈਂ ਆਪਣੀ ਫੈਮਿਲੀ ਸਮਝਣਾ ਆ ਗਿਆ। ਲੇਕਿਨ ਯਾਰ ਤੁਸੀਂ ਨਾ ਉਹ ਕੀ ਕਹਿੰਦੇ ਨੇਗੇ ਦੂਸਰਿਆਂ ਲੋਕਾਂ ਦੀ ਤਰ੍ਹਾਂ ਹੀ ਕਰਦੇ ਹੋ, ਜਿਵੇਂ ਮਾੜਾ ਵਕਤ ਆਉਣ ਤੇ ਉਹ ਛੱਡ ਜਾਂਦੇ ਨੇ। ਜਦੋਂ ਥੋੜਾ ਜਿਹਾ ਮੇਰੇ ਬੁਰੇ ਹਾਲਾਤ ਆਉਂਦੇ ਨੇ ਤੁਸੀਂ ਹੌਸਲਾ ਦੇਣ ਦੀ ਬਜਾਏ ਨਾ ਤੁਸੀਂ ਮੈਨੂੰ ਉਹ ਕੀ ਕਹਿੰਦੇ ਡੀਮੋਟੀਵੇਟ ਕਰਦੇ ਹੋ ਕਿ ਹਸਨ ਤੂੰ ਗਲਤੀ ਕਰ ਰਿਹਾ, ਤੂੰ ਇੰਝ ਕਰ ਰਿਹਾ, ਉਹ ਕਰ ਰਿਹਾ। ਹੁਣ ਅਗਰ ਮੀਟਰ ਦਾ ਕੱਲ੍ਹ ਮੈਂ ਜ਼ਿਕਰ ਕੀਤਾ ਨਾ, ਕੁਛ ਵੀਵਰਾਂ ਦੇ ਕਮੈਂਟ ਆਏ ਨੇ ਜੀ ਹਸਨ ਤੁਸੀਂ ਇੱਥੋਂ ਜਾਣ ਕੇ ਤਾਰ ਕੱਟ ਦਿੱਤੀ ਹੈ।
ਹੁਣ ਮੈਂ ਅੰਕਲ ਬਾਪਟਾ ਵਾਲੇ ਆਏ ਨੇਗੇ, ਉਹਨਾਂ ਦੀ ਵੀਡੀਓ ਬਣਾਉਂਦਾ ਕਿ ਉਹਨਾਂ ਦੇ ਪਹਿਲੇ ਉਹਨਾਂ ਨੂੰ ਰੋਕਦਾ ਕਿ ਹੁਣ ਅੰਕਲ ਜੀ ਤੁਸੀਂ ਨਾ ਤਾਰ ਕੱਟੋ ਜਾਂ ਜੋ ਵੀ ਹੈਗਾ। ਮੈਂ ਉਹਨਾਂ ਦੇ ਰੋਲੇ 'ਚ ਬਣਿਆ ਰਿਹਾ ਹੈਗਾ। ਮੈਂ ਚੱਕ ਕੇ ਕਿ ਮੈਂ ਕੰਟੈਂਟ ਬਣਾਉਣਾ ਹੁੰਦਾ ਨਾ ਜਾਂ ਮੈਂ ਫੇਕ ਕੰਮ ਕਰਨਾ ਹੁੰਦਾ ਤੇ ਫਿਰ ਮੈਂ ਵੀਡੀਓ ਤਸੱਲੀ ਨਾਲ ਬਣਾਉਣੀ ਸੀ। ਇਹ ਨਹੀਂ ਕਿ ਉਹਨਾਂ ਦੇ ਉੱਥੋਂ ਜਾਂਦੇ ਆਪੇ ਦੀ ਪਿੱਛੋਂ ਵੀਡੀਓ ਬਣਾਉਣੀ ਸੀਗੀ ਯਾਰ। ਤੇ ਖੁਦਾਰਾ ਇਹੋ ਜਿਹੀ ਗੱਲਾਂ ਨਾ ਕੀਤੀਆਂ ਕਰੋ। ਮੈਂ ਆਪਣੀ ਫੈਮਿਲੀ ਸਮਝ ਕੇ ਤੁਹਾਡੇ ਨਾਲ ਇਹੋ ਜਿਹੀਆਂ ਜੇ ਘਰ ਦੀਆਂ ਗੱਲਾਂ ਬਾਤਾਂ ਆਉਂਦੀਆਂ ਸ਼ੇਅਰ ਕਰਨਾ, ਹਾਲਾਂਕਿ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਇਹੋ ਜਿਹੀ ਗੱਲਾਂ ਦੱਸਣਾ ਆ ਗਿਆ ਆਪਣੀ ਘਰ ਦੀਆਂ। ਸਿਰਫ ਆਪਣੀ ਫੈਮਿਲੀ ਸਮਝ ਕੇ ਸਾਰੇ YouTube ਤੇ ਸ਼ੇਅਰ ਕਰੀਦੇ। ਤਾਂ ਲੋਕ ਜਿਹੜੇ ਨੇ ਨਾ ਹੁੰਦਾ ਫਿਰ ਉਹ ਕੀ ਕਹਿੰਦੇ ਨੇ, ਇਹ ਗਲਤ ਹੀ ਉਹਨੂੰ ਸਮਝਦੇ ਨੇ। ਕੋਈ ਕਹਿੰਦੇ ਨੇ ਮੰਗਣ ਲਈ ਕਹਿ ਰਿਹਾ, ਕੋਈ ਕਹਿੰਦੇ ਨੇ ਕੁਛ ਕਰਨ ਲਈ ਕਹਿ ਰਿਹਾ ਹੈਗਾ। ਅਗਰ ਮੈਨੂੰ ਟੈਨਸ਼ਨ ਸੀ ਮੀਟਰ ਦੀ, ਮੀਟਰ ਕੱਟਿਆ ਜਾਂਦਾ ਚਲੋ ਸਹੀ ਹੈ, ਮੈਂ YouTube ਤੇ ਨਾ ਦੱਸਦਾ, ਤੁਹਾਨੂੰ ਮਿਲਾਦ ਬਣਾਉਂਦੇ ਟਾਈਮ ਨਾ ਦੱਸਦਾ, ਸਿੱਧੀ ਗੱਲ ਨਾ ਮੈਂ ਕਰਦਾ। ਮੀਟਰ ਕੱਟਿਆ ਜਾਂਦਾ, ਘਰ 'ਚ ਬਿਜਲੀ ਨਾ ਹੁੰਦੀ, ਤੁਸੀਂ ਕਹਿਣਾ ਸੀ ਪਤਾ ਨਹੀਂ ਮੀਟਰ ਅਸਾਂ ਦਾ ਕਿੱਥੇ ਗਿਆ ਜਾਂ ਜੋ ਵੀ ਹੋਇਆ। ਫਿਰ ਤੁਸੀਂ ਸਵਾਲ ਕਰਨੇ ਸੀ ਨਾ, ਮੈਂ ਪਹਿਲੇ ਕਲੀਅਰਲੀ ਦੱਸਦਾ ਸੀਗਾ ਤੇ ਇਹ ਰੌਲਾ ਆ ਗਿਆ। ਉਧਰੋਂ ਉਹ ਕੀ ਕਹਿੰਦੇ ਨੇ, ਹੁਣ ਤੁਸੀਂ ਮੈਨੂੰ ਮੇਰੇ ਦਿਲ ਨੂੰ ਤਾਂ ਹੌਸਲਾ ਨਹੀਂ ਨਾ ਦਿੱਤਾ, ਲੇਕਿਨ ਅੱਲਾਹ ਪਾਕ ਤਾਂ ਹੈ ਨਾ, ਅੱਲਾਹ ਪਾਕ ਤਾਂ ਦੇਖ ਰਹੇ ਨੇ। ਅੱਲਾਹ ਪਾਕ ਦਾ ਸ਼ੁਕਰ ਹੈ ਜਿਵੇਂ ਵੀ ਹੋਇਆ ਨਾ। ਹੁਣ ਮੈਂ ਇਹ ਵੀ ਨਹੀਂ ਤੁਹਾਨੂੰ ਦੱਸਣਾ ਕਿ ਕਿੱਥੋਂ ਹੱਲ ਕਰਿਆ ਕੀਤਾ ਹੈਗਾ ਸੀ ਪੈਸਿਆਂ ਦਾ, ਲੇਕਿਨ ਅਲਹਮਦੁਲਿਲਾ ਹੁਣੇ ਹੀ ਅੰਕਲ ਹੋਰੀ ਕੁਛ ਟਾਈਮ ਤੇ ਆ ਰਹੇ ਨੇ ਅੱਬੂ ਜਾਨ ਨੂੰ, ਉਹਨਾਂ ਨੂੰ ਪਹਿਲੇ ਹੀ ਕਾਲ ਕਰਤੀ ਕਿ ਆ ਕੇ ਤੁਸੀਂ ਆਪਣਾ ਬਿੱਲ ਲੈ ਜਾਓ। ਜਿਵੇਂ ਹੀ ਆਨ ਉਹਨਾਂ ਨੂੰ ਮੈਂ ਕਿਹਾ ਪਹਿਲੇ ਤੁਸੀਂ ਉਹਨਾਂ ਨਾਲ ਕਾਲ ਕਰੋ, ਪੈਸਿਆਂ ਦਾ ਹੱਲ ਹੋ ਗਿਆ ਹੈਗਾ। ਅਸੀਂ ਬਾ ਬਿੱਲ ਜਿਹੜਾ ਨਾ ਅਦਾ ਕਰਨ ਲੱਗਿਆ, ਚਾਹੇ ਅਸੀਂ ਜਿੱਧਰੋਂ ਵੀ ਲੈਣੇ ਜਿਵੇਂ ਵੀ ਲੈ ਨੇ ਨਾ। ਹੁਣ ਇਹ ਵੀ ਨਹੀਂ ਯਾਰ ਮੈਂ ਤੁਹਾਡੇ ਨੇ ਇਹੋ ਜਿਹੀ ਜਿਹੜੀ ਖਾਸ ਗੱਲਾਂ ਹੋਣੀਆਂ ਜੇ ਕੋਈ ਮੈਨੂੰ ਟੈਨਸ਼ਨ ਹੋਣੀ ਘਰ 'ਚ, ਮੈਂ ਕਸਮੇ ਹੈਗਾ ਸੇ ਸ਼ੇਅਰ ਨਹੀਂ ਕੀਤੀ ਕਰਨੀ। ਫਿਰ ਤੁਸੀਂ ਕਹੋਗੇ ਹੁਣ ਠੀਕ ਹੈ ਓਕੇ ਹੋ ਗਿਆ, ਜੋ ਵੀ ਟੈਨਸ਼ਨ ਹੋਏਗੀ ਮੈਂ ਖੁਦ ਹੀ ਬਰਦਾਸ਼ਤ ਕਰ ਲਈ ਕਰਾਂਗਾ। ਇਹ ਯਕੀਨ ਮੇਰੇ ਦਿਲ 'ਚ ਨਹੀਂ ਰਹਿੰਦੀ। ਮੈਂ ਕਹਿਣਾ ਆ ਗਿਆ ਇੱਕ ਜਿਵੇਂ ਉਹ ਦਿਲ ਹੌਲਾ ਕਰਨ ਵਾਲੀ ਗੱਲ ਹੁੰਦੀ, ਮੈਂ ਆਪਣੀ ਫੈਮਿਲੀ ਨਾਲ ਸ਼ੇਅਰ ਕਰ ਦਿੰਦਾ, ਤੁਸੀਂ ਮੇਰੀ ਫੈਮਿਲੀ ਦੀ ਤਰ੍ਹਾਂ ਹੋ। ਲੇਕਿਨ ਯਾਰ ਤੁਸੀਂ ਨਾ ਹੌਸਲਾ ਦੇਣ ਦੀ ਬਜਾਏ ਮੈਨੂੰ ਕੋਈ ਕਦੀ ਕੋਈ ਗੱਲ ਕਰ ਦਿੰਦਾ, ਕਦੀ ਕੋਈ ਗੱਲ ਕਿਸ ਤਰ੍ਹਾਂ ਹੀ ਕਰ ਦਿਓ ਯਾਰ, ਅੱਛਾ ਨਹੀਂ ਲੱਗਦਾ ਹੈਗਾ। ਉਦੋਂ ਦਿਲ ਨੂੰ ਹੌਸਲਾ ਦੇਣ ਦੀ ਬਜਾਏ ਨਾ ਹੋਰ ਜ਼ਿਆਦਾ ਦੁੱਖ ਲੱਗਦਾ ਹੈਗਾ। ਅਗਰ ਹੋਰ ਕੋਈ ਯੂਟਿਊਬਰ ਹੁੰਦਾ ਜਾਂ ਹੋਰ ਕੋਈ ਹੁੰਦਾ ਨਾ, ਉਹਨੇ ਅੱਜ ਦਿਨ ਵਲੌਗ ਹੀ ਨਹੀਂ ਬਣਾਉਣਾ ਸੀ, ਇਤਨੀ ਜ਼ਿਆਦਾ ਟੈਨਸ਼ਨ ਜਾਂ ਮੇਰੇ ਦਿਮਾਗ 'ਚ ਪਰੇਸ਼ਾਨੀ ਸੀਗੀ। ਲੇਕਿਨ ਕੁਛ ਮੇਰੇ ਪਿਆਰੇ ਵੀਵਰ ਵੀ ਨੇਗੇ ਜਿਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਰਾਤ ਨੂੰ, ਸਪੈਸ਼ਲ ਕਾਲਾਂ ਕਰਕੇ ਕਿਹਾ ਹਸਨ ਤੂੰ ਘਬਰਾ ਨਾ, ਅੱਲਾਹ ਪਾਕ ਕਰਮ ਕਰੇਗਾ, ਟੈਨਸ਼ਨ ਨਾ ਲਓ, ਅੱਲਾਹ ਪਾਕ ਤਾਂ ਦੇਖ ਰਿਹਾ ਨਾ। ਉਹਨਾਂ ਦੀ ਦੁਆਵਾਂ ਹੀ ਲੱਗੀਆਂ ਨੇਗੀਆਂ ਕਿ ਮਾਸ਼ਾਅੱਲਾ ਚਲੋ ਪੈਸੇ ਦਾ ਹੱਲ ਹੋ ਗਿਆ ਹੈਗਾ। ਹੁਣ ਇਨਸ਼ਾਅੱਲਾ ਤਾਲਾ ਕੁਛ ਟਾਈਮ ਤੱਕ ਅੰਕਲ ਹੋਰੀ ਆ ਜਾਂਦੇ ਨੇਗੇ, ਫਿਰ ਉਹਨਾਂ ਨੂੰ ਜਿਹੜਾ ਬਿੱਲ ਦੇਣੇ ਆਗੇ ਤੇ ਕੋਈ ਨਹੀਂ, ਅੱਲਾਹ ਪਾਕ ਕਰਮ ਕਰੇਗਾ। ਅੱਲਾਹ ਪਾਕ ਸਭ ਬਿਹਤਰ ਕਰਨ ਵਾਲਾ ਹੁੰਦਾ ਹੈਗਾ। ਹਾਲਾਤ ਯਾਰ ਹਮੇਸ਼ਾ ਇੱਕ ਤਰ੍ਹਾਂ ਦੇ ਨਹੀਂ ਰਹਿੰਦੇ ਨੇਗੇ, ਇਹ ਵਕਤ ਬਦਲੇਗਾ, ਇਹ ਨਹੀਂ ਕਿ ਇਹ ਐਵੇਂ ਹੀ ਰਹਿਣਾ ਹੈਗਾ। ਇਨਸ਼ਾਅੱਲਾ ਤਾਲਾ ਬਿਹਤਰ ਹੀ ਹੋ ਜਾਣਾ। ਜਦੋਂ ਫਿਰ ਉਹ ਕਹਿੰਦੇ ਨੇ ਨਾ, ਉਹ ਜਿਹਦੇ ਘਰ ਦਾਣੇ ਆਉਂਦੇ ਕਮਲੇ ਹੀ ਸਿਆਣੇ, ਤੇ ਜਿਹੜੇ ਭੁੱਖੇ ਨੇਗੇ ਉਹਨਾਂ ਨੂੰ ਬੰਦਿਆਂ ਨੇ ਐਵੇਂ ਹੀ ਗੱਲਾਂ ਕਰਨੀਆਂ ਹੁੰਦੀਆਂ ਨੇ। ਮਤਲਬ ਕਿ ਜਿਹਦੀ ਜੇਬਾਂ ਖਾਲੀ ਆਉਂਦੇ ਨੇ ਐਵੇਂ ਹੀ ਹੁੰਦੀ ਹੈਗੀ। ਕੋਈ ਨਹੀਂ ਇਨਸ਼ਾਅੱਲਾ ਅੱਲਾਹ ਪਾਕ ਦਿੱਤੀ ਜਾਂਦਾ ਹੈਗਾ, ਨਾਲੋਂ ਨਾਲ ਨਿਜ਼ਾਮ ਚੱਲ ਰਿਹਾ ਹੈਗਾ। ਮੈਂ ਤੁਹਾਡੇ ਨਾਲ ਆਪਣੀ ਰੂਟੀਨ ਕਰਦੀ ਓਰੀਜਨਲ ਸ਼ੇਅਰ ਕਰਨਾ। ਲੋਕ ਕਹਿੰਦੇ ਨੇ ਸਭ ਕੁਝ ਫੇਕ ਕਰ ਰਹੇ ਨੇ, ਮੰਗ ਰਹੇ ਨੇ, ਫਲਾਂ ਕਰ ਰਹੇ ਨੇ, ਇੰਜ ਕਰ ਰਹੇ ਉਹ ਕਰ ਰਹੇ ਨੇ। ਜਦੋਂ ਫੇਕ ਕਰਨਾ ਹੋਵੇ ਨਾ, ਜਿਹੜੇ ਬੰਦੇ ਨੇ ਉਹ ਇਸ ਤਰ੍ਹਾਂ ਚੀਜ਼ਾਂ ਨਹੀਂ ਦਿਖਾਉਂਦਾ ਹੁੰਦਾ ਹੈਗਾ। ਤੁਸੀਂ ਆਪ ਸੋਚ ਲਓ ਕਿ ਵਾਪਟਾ ਵਾਲੇ ਨੇ ਨਾ ਮੀਟਰ ਕਿਉਂ ਕੱਟ ਕੇ ਗਿਆ। ਕੱਲ ਸੈਕਿੰਡ ਟਾਈਮ ਉਹਨੇ ਕੱਟ ਕੇ ਜਾਣਾ ਸੀ, ਅੱਜ ਪਹਿਲੀ ਤਰੀਕ, ਕੱਲ ਮਹੀਨਾ ਖਤਮ ਹੋ ਗਿਆ ਸੀ। ਇਸ ਵਜ੍ਹਾ ਤੋਂ ਕੱਲ ਸੈਕਿੰਡ ਟਾਈਮ ਉਹ ਮੀਟਰ ਕੱਟ ਕੇ ਗਿਆ ਤੇ ਅੱਜ ਉਹਨੇ ਮੀਟਰ ਜਾ ਕੇ ਦਫ਼ਤਰ ਜਮ੍ਹਾਂ ਕਰਾਉਣਾ ਸੀ। ਅੱਛਾ ਅਸੀਂ ਖੁਦ ਤਾਰ ਕੱਟ ਕੇ ਤੇ ਖੱਜਲ ਹੁੰਦੇ ਫਿਰੇ ਆਂਗੇ। ਜੇ ਅਸੀਂ ਖੁਦ ਤਾਰ ਕੱਟੀ ਹੁੰਦੀ ਨਾ ਤਾਂ ਫਿਰ ਅਸੀਂ ਖੁਦ ਲਾ ਲੈਂਦੇ, ਜਾ ਕੇ ਮਿਸਤਰੀ ਨਾ ਸੱਦ ਕੇ ਲੈਂਦੇ। ਐਡਾ ਸਾਡੇ 'ਚ ਨਹੀਂ ਜਿਗਰਾ ਕਿ ਡਾਇਰੈਕਟ ਬਿਜਲੀ ਹੈਗੀ ਜਿੰਦੀ ਅਸੀਂ ਤਾਰ ਕੱਟ ਕੇ ਤੇ ਫਿਰ ਅਸੀਂ ਜਿਹੜਾ ਹੈਗਾ ਉਹ ਫੇਕ ਵੀਡੀਓ ਬਣਾਵਾਂਗੇ ਪਿੱਛੇ ਕੱਟੀਏ। ਤੇ ਉਧਰੋਂ ਜਿਹੜੇ ਮੰਗਣ ਵਾਲੇ ਹੁੰਦੇ ਨੇ ਨਾ, ਉਹ ਤੁਹਾਨੂੰ ਓਰੀਜਨਲ ਲੱਗਦੇ ਨੇ। ਕਸਮੇ ਉਹ ਵੀਵਰਾਂ ਨੂੰ ਓਰੀਜਨਲ ਲੱਗਦੇ ਨੇ ਜੇ ਮੰਗਣ ਵਾਲੇ ਹੁੰਦੇ ਨੇਗੇ। ਤੇ ਜਿਹੜਾ ਕੋਈ ਅਗਰ ਕੋਈ ਮਜਬੂਰ ਹੋਵੇ ਨਾ, ਉਹਦੀ ਤੁਸੀਂ ਮਜਬੂਰੀ ਦਾ ਫਾਇਦਾ ਉਠਾਉਂਦੇ ਹੋ, ਉਲਟਾ ਸੀ ਉਹਦਾ ਮਜ਼ਾਕ ਬਣਾਉਂਦੇ ਹੋ। ਲੇਕਿਨ ਇਹ ਮੇਰੇ ਦਿਲ 'ਚ ਆਉਂਦੀਆਂ ਨਹੀਂਆਂ। ਕੋਈ ਨਹੀਂ, ਅੱਲਾਹ ਪਾਕ ਬਿਹਤਰ ਕਰੇਗਾ। ਇਹ ਹਮੇਸ਼ਾ ਵਕਤ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ ਇਨਸਾਨ ਤੇ। ਜਦੋਂ ਮੇਰਾ ਥੋੜਾ ਚੈਨਲ ਗਰੋ ਕਰ ਗਿਆ, ਜੋ ਵੀ ਹੋ ਗਿਆ, ਉਦੋਂ ਫਿਰ ਸਾਰੇ ਵੀਵਰ ਜਿਹੜੇ ਚਾਹੇ ਮੈਨੂੰ ਹੁਣ ਗਲਤ ਕਹਿੰਦੇ ਨੇ ਨਾ, ਉਦੋਂ ਨਾ ਸਾਰਿਆਂ ਨੇ ਠੀਕ ਕਹਿਣਾ, ਕਰੈਕਟ ਕਹਿਣਾ, ਜਦੋਂ ਮੇਰੇ ਵਿਊਜ਼ ਅੱਛੇ ਹੋ ਗਏ। ਲੇਕਿਨ ਹੁਣ ਵਿਊਜ਼ ਹੀ ਕੰਮ ਆ ਰਹੇ ਨੇ, ਹਾਲਾਤ ਥੋੜੇ ਜਿਹੇ ਬੁਰੇ ਨੇਗੇ। ਇਹੀ ਥੋੜਾ ਜਿਹਾ ਵਲੌਗ ਬੋਰਿੰਗ ਹੁੰਦਾ, ਟੈਨਸ਼ਨ ਭਰਿਆ ਹੁੰਦਾ ਹੈਗਾ ਤੇ ਯਾਰ ਫਿਰ ਉਲਟਾ ਸੀ ਮਜ਼ਾਕ ਬਣਾਉਂਦੇ। ਚਲੋ ਕੋਈ ਨਹੀਂ, ਜੋ ਵੀ ਹੈਗਾ ਜ਼ਿੰਦਗੀ ਹੈਗੀ, ਗੁਜ਼ਰ ਰਹੀ ਜੋ ਜੀ ਜ਼ਿੰਦਗੀ ਹੈਗੀ, ਮੈਂ ਆਪਣੀ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਹੁੰਦਾ। ਲੇਕਿਨ ਕੋਈ ਨਹੀਂ, ਇਹ ਮੇਰੀ ਜ਼ਿੰਦਗੀ ਹੈ ਹੀ ਇਸੇ ਤਰ੍ਹਾਂ ਦੀ, ਟੈਨਸ਼ਨਾਂ ਭਰੀ, ਬੋਰਿੰਗ। ਲੇਕਿਨ ਕੋਈ ਨਹੀਂ, ਇਹ ਜ਼ਿਆਦਾਤਰ ਹੁਣ ਨਹੀਂ ਚੱਲਣੀ, ਅਨਕਰੀਬ ਇਨਸ਼ਾਅੱਲਾ ਤਾਲਾ ਬਿਹਤਰ ਹੋ ਜਾਏਗੀ। ਤਾਂ ਇਨਸ਼ਾਅੱਲਾ ਤਾਲਾ ਅਨਕਰੀਬ ਅੱਬੂ ਜਾਨ ਦਾ ਨਾ ਕਾਰੋਬਾਰ ਹੀ ਸ਼ੁਰੂ ਕਰਨ ਲੱਗੇ ਆਂਗੇ। ਜੋ ਵੀ ਛੋਟਾ ਮੋਟਾ ਕੀਤਾ ਨਾ ਸ਼ਹਿਰ ਦੇ ਵਿੱਚ ਕਿਧਰੇ ਨਾ, ਫਿਰ ਕਾਰੋਬਾਰ ਸ਼ੁਰੂ ਕਰਾਂਗੇ। ਅੱਬੂ ਜਾਨ ਦੀ ਪਹਿਲੇ ਬੜੀ ਵੱਡੀ ਸਬਜ਼ੀ ਦੁਕਾਨ ਸੀ, ਸਾਡੇ ਇਲਾਕੇ ਦੀ ਮਸ਼ਹੂਰ ਤਰੀਨ ਦੁਕਾਨ। ਹੁਣ ਬੰਦੇ ਵੀ ਅੱਬੂ ਜਾਨ ਨੂੰ ਨਾ ਲੱਭਦੇ ਇੱਥੇ ਆਉਂਦੇ ਨੇਗੇ ਬਸ ਮਿਲਣ ਵਾਸਤੇ। ਕਿ ਤਕਰੀਬਨ ਅੱਬੂ ਜਾਨ ਨੇ 25 ਸਾਲ ਦੁਕਾਨਦਾਰੀ ਕੀਤੀ। ਅੱਬੂ ਜਾਨ ਦੀ ਤਕਰੀਬਨ ਉਮਰ ਹੈਗੀ 37 ਸਾਲ ਤੇ ਇਹਨਾਂ ਨੇ 25 ਸਾਲ ਦੁਕਾਨਦਾਰੀ ਕੀਤੀ ਹੈਗੀ। ਮੇਰੀ ਉਮਰ ਦੇ ਸੀਗੇ ਜਦੋਂ ਦੁਕਾਨ ਇਹਨਾਂ ਨੇ, ਮਤਲਬ ਕਿ ਪਹਿਲੇ ਨਾ ਫੈਸਲਾਬਾਦ ਇਹ ਲਾਉਂਦੇ ਸੀਗੇ ਸ਼ੱਕਰਗੰਜੀ ਵਾਲੀ ਰੇੜੀ,
ਉਸ ਤੋਂ ਬਾਅਦ ਇੱਥੇ ਸ਼ਹਿਰ 'ਚ ਆਏ। ਇੱਥੇ ਇਹਨਾਂ ਨੇ ਪਹਿਲੇ ਰੇਹੜੀ ਜਿਹੜੀ ਨਾ ਗਦਾ ਗਾੜੀ ਹੁੰਦੀ ਹੈਗੀ, ਇਹਦੇ ਤੇ ਇਹਨਾਂ ਨੇ ਸਮਾਨ ਵਗੈਰਾ ਕਰਿਆਨੇ ਦੁਕਾਨਾਂ ਢੋਣਾ ਸ਼ੁਰੂ ਕਰ, ਮਤਲਬ ਕਿ ਪੱਲੇਦਾਰੀ ਸ਼ੁਰੂ ਕੀਤੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਸਬਜ਼ੀ ਵਾਲੀ ਰੇਹੜੀ ਲਾਣੀ ਸ਼ੁਰੂ ਕਰ ਦਿੱਤੀ ਸ਼ਹਿਰ ਦੇ ਵਿੱਚ। ਉੱਥੋਂ ਆਹਿਸਤਾ ਅੱਲਾਹ ਪਾਕ ਨੇ ਇਤਨੀ ਤਰੱਕੀ ਦਿੱਤੀ ਕਿ ਇਹਨਾਂ ਨੇ ਅੱਛੀ ਖਾਸੀ ਦੁਕਾਨ ਬਣਾ ਲਈ ਸੀ। 25 ਸਾਲ ਦਾ ਤਲਕ ਸੀਗਾ ਇੱਥੇ ਪੂਰੇ ਇਲਾਕੇ ਦੇ ਵਿੱਚ। ਤੇ ਅਚਾਨਕ ਜਦੋਂ ਸਾਨੂੰ ਦੁਕਾਨ ਛੱਡਣੀ ਪਈ ਨਾ, ਐਂਡ ਤੇ ਆ ਕੇ ਹੁਣ ਤਕਰੀਬਨ ਜਦੋਂ ਅਸੀਂ ਦੁਕਾਨ ਛੱਡੀਏ ਉਦੋਂ 2 ਮਹੀਨਿਆਂ 'ਚ ਸਾਨੂੰ ਇਤਨਾ ਜ਼ਿਆਦਾ ਲਾਸ ਹੋ ਗਿਆ ਕਿ ਦੁਕਾਨ ਛੱਡਣੀ ਪਈ। ਕਿਸੇ ਨਜ਼ਰ ਹੀ ਲੱਗੀ ਯਾਰ, ਲੋਕਾਂ ਦੀ ਜੋ ਨਜ਼ਰਾਂ ਬੰਦੇ ਆ ਜਾਵਣ ਇੱਧਰੋਂ YouTube ਵੱਲੋਂ ਮਾਸ਼ਾਅੱਲਾ ਅੱਛਾ ਖਾਸਾ ਜਿਹੜਾ ਆਵਣ ਲੱਗ ਗਿਆ ਕਿ ਅਸੀਂ ਗਾੜੀ ਬਣਾਉਣਾ ਸ਼ੁਰੂ ਕਰਤਾ, ਉਦੋਂ ਮਾਸ਼ਾਅੱਲਾ ਅੱਛੀ ਖਾਸੀ ਅੱਬੂ ਜਾਨ ਦੀ ਬਚਤ ਆ ਜਾਂਦੀ ਸੀ। ਜਿਵੇਂ ਹੀ ਅਸੀਂ YouTube ਬਣਾਇਆ ਨਾ, ਥੋੜੇ ਜਿਹਾ ਇੱਧਰ ਕਾਮਯਾਬ ਹੋਣ ਲੱਗੇ, ਲੋਕਾਂ ਦੀ ਨਜ਼ਰਾਂ ਖਾ ਗਈਆਂ। ਲੇਕਿਨ ਕੋਈ ਨਹੀਂ, ਇਨਸ਼ਾਅੱਲਾ ਤਾਲਾ ਹੁਣ ਵੀ ਕੁਛ ਨਾ ਕੁਛ ਕਾਰੋਬਾਰ ਸ਼ੁਰੂ ਕਰਾਂਗੇ। ਅੱਬੂ ਜਾਨ ਨੂੰ ਇਹੋ ਜਿਹਾ ਇਹਨਾਂ ਨੂੰ ਕੰਮ ਨਹੀਂ ਕਰਾਉਣਾ ਜਾਂ ਹਾਰਡ ਹੋਵੇ। ਹਾਲਾਂਕਿ ਸਬਜ਼ੀ ਫਰੂਟ ਦਾ ਅਸੀਂ ਹੋਣੀ ਸ਼ੁਰੂ ਕਰ ਲਈ, ਅੱਲਾਹ ਪਾਕ ਦਾ ਸ਼ੁਕਰ ਹੈ, ਉਹਦੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਹੈਗੀ। ਲੇਕਿਨ ਇਹ ਥੋੜਾ ਜਿਹਾ ਹਾਰਡ ਕੰਮ ਹੈ। ਜਾਂ ਤਾਂ ਫਿਰ ਨਾਲ ਮੇਰਾ ਮਾਮੂ ਜਾਂ ਖਾਲੂ ਜਿਹੜਾ ਨਾ ਉਹ ਕੰਮ ਕਰਾਉਂਦਾ ਰਹੇ ਨਾ। ਵੈਸੇ ਤਾਂ ਫਿਰ ਤਾਂ ਦੋਨੇ ਹੀ ਵਿਹਲੇ ਨੇ। ਮਾਮੂ ਜਿਹੜਾ ਮੇਰਾ ਉੱਥੇ ਲਾਂਦਾ ਫਰੂਟ ਹੈ ਰੇਹੜੀ, ਉਹਨੂੰ ਬੁਲਾਇਆ, ਉਹ ਨਾਲ ਕਰਾਉਂਦਾ ਰਹੇ, ਨਹੀਂ ਤਾਂ ਖਾਲੂ ਜਿਹੜਾ ਉਹ ਤਾਂ ਕਰਾਉਂਦਾ ਹੀ ਰਹੇਗਾ, ਉਹਨੂੰ ਦਿਹਾੜੀ ਡੇਲੀ ਮਦਦ ਰੱਖਦਾ। ਇਸ ਤਰ੍ਹਾਂ ਨਾਲ ਕੋਈ ਬੰਦਾ ਰਲ ਜਾਏ ਫਿਰ ਠੀਕ ਹੈਗਾ। ਫਿਰ ਸਬਜ਼ੀ ਵਾਲੇ ਅੱਬੂ ਕਰ ਲਵੇ ਤਾਂ ਮਾਸ਼ਾਅੱਲਾ ਸ਼ਹਿਰ 'ਚ ਅੱਛਾ ਖਾਸਾ ਸਾਡਾ ਕਾਰੋਬਾਰ ਹੈ। ਇਹ ਉੱਥੇ ਸ਼ੇਡ ਵਗੈਰਾ ਲੱਗੇ ਹੋਇਆ ਸੀ, ਤੁਹਾਨੂੰ ਪਤਾ ਉੱਥੋਂ ਪੱਟ ਕੇ ਲੈ ਆਉਂਦਾ ਸੀ। ਕਾਫੀ ਵੀਰ ਨਵੇਂ ਨੇ, ਉਹਨਾਂ ਨੂੰ ਨਹੀਂ ਪਤਾ ਹੈਗਾ, ਲੇਕਿਨ ਪੁਰਾਣੀਆਂ ਵੀਡੀਓ ਜਾ ਕੇ ਵਿਜ਼ਿਟ ਕਰੋ ਸੀ। ਉਦੋਂ ਅੱਲਾਹ ਪਾਕ ਦਾ ਲੱਖਾਂ ਤੇ ਕਰੋੜਾਂ ਵਾਰੀ ਸ਼ੁਕਰ ਸੀ, ਤੇ ਹੁਣ ਵੀ ਅੱਲਾਹ ਪਾਕ ਦਾ ਲੱਖਾਂ ਤੇ ਕਰੋੜਾਂ ਵਾਰੀ ਸ਼ੁਕਰ ਅਦਾ ਕਰਨਾ। ਬਸ ਅਜ਼ਮਾਇਸ਼ਾਂ ਹੁੰਦੀਆਂ ਨਹੀਂ ਗਿਆ, ਤੇ ਅਜ਼ਮਾਇਸ਼ਾਂ ਤੁਹਾਨੂੰ ਪਤਾ ਹੈ ਬੰਦਿਆਂ ਦੀ ਕੀ ਕਹਿੰਦੇ ਨੇਗੇ, ਥੋੜਾ ਬਹੁਤਾ ਪਤਾ ਚੱਲ ਜਾਂਦਾ ਹੈਗਾ ਕਿ ਬੰਦੇ ਤੁਹਾਡੀ ਕਿਤਨੀ ਕਦਰ ਕਰਦੇ ਨੇ। ਚਲੋ ਕੋਈ ਨਾ, ਇਹ ਕਦਰਾਂ ਹੋਣਗੀਆਂ 6 ਮਹੀਨੇ, ਸਾਲ ਬਾਅਦ, 1.5 ਸਾਲ ਬਾਅਦ। ਹੁਣ ਜਿਹੜੇ ਸਾਨੂੰ ਗਲਤ ਕਹਿੰਦੇ ਨੇ ਉਦੋਂ ਤਾਂ ਸਮਝ ਜਾਣਗੇ ਨਾ। ਕੋਈ ਨਹੀਂ, ਇਨਸ਼ਾਅੱਲਾ ਤਾਲਾ ਅੱਲਾਹ। ਅੱਜ ਇੱਕ ਹੋਰ ਕਮੈਂਟ ਆਇਆ ਸੀ, ਅਸਨ ਜਿਹਾ ਤੁਹਾਡੇ ਕੋਲ ਡੀਪ ਫਰੀਜ਼ਰ ਪਿਆ ਨਾ, ਇਹ ਤੁਸੀਂ ਇਸਤੇਮਾਲ ਤਾਂ ਕਰਦੇ ਹੋ, ਮਤਲਬ ਕਿ ਬੋਤਲਾਂ ਵਗੈਰਾ ਠੰਡੀਆਂ ਨਹੀਂ ਕਰਦੇ, ਚਲਾਉਂਦੇ ਤਾਂ ਉਹ ਨਹੀਂ, ਪਰ ਇਹਨੂੰ ਸੇਲ ਕਰ ਦਿਓ। ਸੇਲ ਕਰਕੇ ਜੇ ਬਿੱਲ ਅਦਾ ਕਰ ਦਿਓ, ਸੇਲ ਇਹਨੂੰ ਕਰੀਏ ਵੀ ਨਾ ਤਕਰੀਬਨ ਇਹੀ 50,000 ਰੁਪਏ ਜਾਂ 60,000 ਰੁਪਏ ਸੇਲ ਤਾਂ ਹੋ ਜਾਵੇਗਾ। ਲੇਕਿਨ ਯਕੀਨਨ ਮੇਰਾ ਦਿਲ ਨਹੀਂ ਕਰਦਾ ਜਿਹੜਾ ਮੈਨੂੰ ਕੋਈ ਚੀਜ਼ ਗਿਫਟ ਮਿਲੀ ਹੋਵੇ ਨਾ, ਮੇਨ ਉਹ ਸੇਲ ਕਰਨ ਨੂੰ ਮੇਰਾ ਨਹੀਂ ਦਿਲ ਕਰਦਾ। ਵੈਸੇ ਮੋਟਰਸਾਈਕਲ ਤੋਂ ਮੇਰਾ ਦਿਲ ਤਾਂ ਹੀ ਬੈੜਾ ਪੈ ਰਿਹਾ ਸੀਗਾ ਕਿਉਂਕਿ ਇਹ ਵੀ ਮੈਨੂੰ ਗਿਫਟ ਹੀ ਹੋਇਆ ਹੈਗਾ। ਤੇ ਇਹ ਗਿਫਟ ਕਿਹਨੂੰ ਮਿਲਦੇ ਨੇ ਤੁਹਾਨੂੰ ਵੀ ਪਤਾ ਹੈਗਾ। ਗਿਫਟ ਉਹਨੂੰ ਹੀ ਮਿਲਦੇ ਨੇ ਕਿ ਜਿਹਨੂੰ ਦੁਨੀਆ ਚਾਹਣ ਵਾਲੀ, ਉਹਨੂੰ ਨਹੀਂ ਗਿਫਟ ਮਿਲਦੇ ਜਿਹੜਾ ਬੰਦਿਆਂ ਨੂੰ ਗੱਲਾਂ ਕਰਦਾ ਹੋਵੇ। ਤੇ ਬਾਕੀ ਇਹ ਵੀ ਮੇਰੇ ਲਈ ਅਜ਼ੀਜ਼ ਹੈਗਾ ਕਿ ਜਿਨ੍ਹਾਂ ਨੇ ਲੈ ਕੇ ਦਿੱਤਾ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਦੇਖਿਆ ਇਸ ਚੀਜ਼ ਦੀ ਅਸਲ ਨੂੰ ਜ਼ਰੂਰਤ ਹੈ। ਹਾਲਾਂਕਿ ਉਹਨਾਂ ਨੇ ਮੇਰੇ ਲਈ ਪੈਸੇ ਭੇਜੇ ਕਿ ਹਸਨ ਬੇਟਾ ਜਾ ਕੇ ਤੁਸੀਂ ਨਾ ਆਪਣੇ ਲਈ ਫਰੀਜ਼ਰ ਲੈ, ਇੱਕ ਮੈਨੂੰ ਤੇ ਇੱਕ ਅੰਕਲ ਸਬਦਾ ਨੂੰ ਮੈਂ ਫਰੀਜ਼ਰ ਲੈ ਕੇ ਦੇ ਆਇਆ ਸੀਗਾ। ਇਹ ਨਹੀਂ ਕਿ ਮੈਂ ਖੁਦ ਲਈ ਸਭ ਕੁਝ ਕਰਨਾ, ਮੈਂ ਦੂਸਰਿਆਂ ਲਈ ਜਿੰਨੀ ਮੇਰੇ ਕੋਲ ਹੋ ਸਕਦਾ ਹੈਗਾ ਮੈਂ ਕਰਦਾ ਰਹਿਣਾ ਹੈਗਾ। ਤੇ ਮੈਂ ਇੱਕ ਹੋਰ ਗੱਲ ਸ਼ੁਰੂ ਤੋਂ ਲੱਗ ਕੇ ਹੁਣ ਤੱਕ ਨਹੀਂ ਭੁੱਲਿਆ ਹੈਗਾ, ਤੁਹਾਨੂੰ ਯਾਦ ਹੋਵੇ ਜਾਂ ਨਾ ਹੋਵੇ, ਕਿਉਂਕਿ ਕਾਫੀ ਵੀਵਰ ਮੈਨੂੰ ਸ਼ੁਰੂ ਤੋਂ ਦੇਖ ਰਹੇ ਨੇ ਨਾ, ਤੇ ਉਹੀ ਹੁਣ ਇਹੋ ਜਿਹੀ ਗੱਲਾਂ ਕਰਨ ਲੱਗ ਗਏ ਨੇ। ਹਾਲੇ ਤੱਕ ਇੱਕ ਹੋਰ ਗੱਲ ਤੁਹਾਨੂੰ ਯਾਦ ਹੋਣੀ ਜਾਂ ਨਹੀਂ ਹੋਣੀ, ਮੈਨੂੰ ਬੜੀ ਯਾਦ ਹੈਗੀ ਕਿ ਆਪਣੇ ਇਸ ਚੈਨਲ ਜਦੋਂ 1 ਲੱਖ ਸਬਸਕ੍ਰਾਈਬ ਹੋ ਗਏ, ਉਸ ਤੋਂ ਬਾਅਦ ਇਹਦਾ 1 ਰੁਪਇਆ ਵੀ ਮੇਰੇ ਲਈ ਹਰਾਮ ਹੋਵੇਗਾ। ਇਨਸ਼ਾਅੱਲਾ ਤਾਲਾ 1-1 ਰੁਪਏ ਦਾ ਮੈਂ ਹਿਸਾਬ ਦੇ ਕੇ ਸਾਰਾ ਜਿਤਨੀ ਅਰਨਿੰਗ ਹੋਈ ਕਰੇਗੀ ਸਾਰੀ ਇਨਸ਼ਾਅੱਲਾ ਤਾਲਾ ਫਿਰ ਜਿਹੜੇ ਕੰਮ ਤੇ ਲਾਣੀ ਤੁਹਾਨੂੰ ਸਮਝ ਅੱਗੇ ਆਏਗੀ ਕਰਨੀ ਹੈਗੀ। ਜਿੱਥੇ ਕਿਸੇ ਨੂੰ ਕੋਈ ਜ਼ਰੂਰਤਮੰਦ ਨੂੰ ਜ਼ਰੂਰਤ ਹੋਈ ਉਹਨਾਂ ਨੂੰ ਦਿੱਤੇ, ਜਿਤਨੇ ਮੇਰੇ ਕੋਲ ਹੋ ਸਕਿਆ ਇਨਸ਼ਾਅੱਲਾ ਤਾਲਾ ਤਕਸੀਮ ਕਰਾਂਗੇ ਦੀ ਅਰਨਿੰਗ। 1 ਲੱਖ ਸਬਸਕ੍ਰਾਈਬ ਤੋਂ ਬਾਅਦ 1 ਲੱਖ ਸਬਸਕ੍ਰਾਈਬ ਤੋਂ ਬਾਅਦ ਪਹਿਲੇ ਮੇਰੀ ਸਾਰੀ ਅਰਨਿੰਗ ਹੋਣੀ ਕਿ ਮਤਲਬ ਜਿਤਨਾ ਅਰਨ ਕਰਨਾ ਹੈ ਉਹ ਮੇਰੇ ਲਈ ਹੈਗਾ। 1 ਲੱਖ ਸਬਸਕ੍ਰਾਈਬ ਤੋਂ ਬਾਅਦ ਜਿਹੜੀ ਅਰਨਿੰਗ ਆਣੀ ਹੈਗੀ ਇਨਸ਼ਾਅੱਲਾ ਤਾਲਾ ਉਹ ਸਾਰੀ ਮੁਸਤਕੀਨਾਂ ਵਾਸਤੇ, ਗਰੀਬਾਂ ਵਾਸਤੇ ਹੋਏਗੀ ਇਨਸ਼ਾਅੱਲਾ। ਇਹ ਚਾਹੇ ਜੋ ਵੀ ਹੋ ਜਾਵੇ, ਤੁਸੀਂ ਵੀ ਨੋਟ ਕਰ ਲਓ, ਇਹ ਅਸਨ ਵਾਅਦਾ ਆਪਣਾ ਕਦੀ ਨਹੀਂ ਛੱਡੇਗਾ। ਮੈਂ ਅੰਮੀ ਅੱਬੂ ਕੋ ਪਹਿਲੇ ਮਸ਼ਵਰਾ ਲਿਆ ਸੀ, ਮੈਂ ਕਿਹਾ ਮੈਂ ਆਪਣੇ ਸਾਰੇ ਵੀਵਰਾਂ ਨਾਲ ਵਾਅਦਾ ਕਰਨ ਲੱਗਿਆ ਆ ਗਿਆ ਕਿ ਮੈਂ ਜਿਤਨੀ ਵੀ ਇਹਦੀ ਅਰਨਿੰਗ ਹੋਣੀ ਨੇ ਤਕਸੀਮ ਕਰਨੀ। ਅਸੀਂ ਯਕੀਨ ਉਦੋਂ ਦਿਲ ਦੀ ਇਤਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਨਾ ਕਿ ਜਦੋਂ ਅਸੀਂ ਕਿਸੇ ਨੂੰ ਕੋਈ ਚੀਜ਼ ਚਾਹੇ ਖੁਦ ਕੋਲੋਂ ਨਾ ਦਈਏ, ਕਿਸੇ ਦੇ ਥਰੂ ਹੀ ਦੇਵਣ ਜਾਈਏ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸਾਡੇ ਦਿਲ ਨੂੰ ਕਿ ਚਲੋ ਅੱਲਾਹ ਪਾਕ ਨੇ ਸਾਨੂੰ ਇਸ ਕਾਬਲ ਤਾਂ ਬਣਾਇਆ ਨਾ ਕਿ ਕਿਸੇ ਦੇ ਥਰੂ ਚਲੋ ਭੇਜੀ ਹੋਈ ਚੀਜ਼ ਅਸੀਂ ਕਿਸੇ ਨੂੰ ਦੇਵਣ ਗਏ ਆਗੇ। ਹਾਲਾਂਕਿ ਮੈਨੂੰ ਕੋਈ ਚੀਜ਼ ਕੋਈ ਨਾ ਲੈ ਦੇਵੇ, ਲੇਕਿਨ ਮੈਂ ਉਹਨਾਂ ਲਈ ਬਹੁਤ ਜ਼ਿਆਦਾ ਲੈ ਕੇ ਮੇਰਾ ਦਿਲ ਕਰਦਾ ਹੈਗਾ ਮੈਂ ਉਹਨਾਂ ਨੂੰ ਤਕਸੀਮ ਕਰਾਂ। ਮੈਨੂੰ ਅੱਲਾਹ ਪਾਕ ਨੇ ਇਤਨਾ ਦਿੱਤਾ, ਇਤਨੇ ਜੀ ਮੇਰਾ ਅੱਲਾਹ ਪਾਕ ਦਾ ਸ਼ੁਕਰ ਹੈਗਾ। ਬਸ ਮਾੜੀ ਮੋਟੀ ਟੈਨਸ਼ਨ ਆਉਂਦੀ ਹੈ ਨਾ, ਅੱਲਾਹ ਪਾਕ ਦੂਰ ਕੀਤੀ ਰੱਖਦਾ ਹੈਗਾ। ਹੁਣ ਹੀ ਦੇਖ ਲਓ ਹੱਲ ਨਿਕਲ ਹੀ ਗਿਆ ਨਾ ਜਦੋਂ ਵੀ ਨਿਕਲਿਆ ਹੈਗਾ। ਤੇ ਬਸ ਅੰਕਲ ਵੀ ਆਏ ਨੇ ਕੁਛ ਟਾਈਮ ਤੇ, ਫਿਰ ਉਹਨਾਂ ਨੇ ਨਾ ਬਿੱਲ ਜਿਹੜਾ ਹੈਗਾ ਉਹ ਦੇਣੇ ਆਗੇ ਤੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਇੱਧਰੋਂ ਈਜ਼ੀ ਹੁੰਦੇ ਆ। ਹੋਰ ਕੋਈ ਲੈਣ ਦੇ ਨਾਲ 2-3 ਅੰਕਲ ਨੇਗੇ, ਉਹਨਾਂ ਦਾ ਬਸ ਹੋ ਜਾਵੇਗਾ। ਕੋਈ ਨਾ, ਉਹ ਤਾਂ ਮੈਂ ਥੋੜੀ ਮਿਹਨਤ ਇਸ ਮਹੀਨੇ ਕਰਕੇ ਨਾ ਇਨਸ਼ਾਅੱਲਾ ਤਾਲਾ ਜਿਤਨਾ ਮੇਰੇ ਕੋਲ ਹੋ ਸਕਿਆ। ਹੁਣ 2-2 ਵਲਾਗ ਡੇਲੀ ਜਾਵਣ ਲੱਗ ਗਏ ਨਾ, ਟੈਨਸ਼ਨ ਨਾ ਲਓ, ਹੁਣ 2-2 ਵਲਾਗ ਹੀ ਆਇਆ ਕਰਨਗੇ, ਤੁਹਾਡੇ ਨਾਲ ਵਾਅਦਾ ਕੀਤਾ ਸੀ। ਤੇ ਚਲੋ YouTube ਆਪਣਾ ਥੋੜਾ ਜਿਹਾ ਰੈਂਕਿੰਗ ਨਹੀਂ ਜਾ ਰਿਹਾ, ਮੈਨੂੰ ਸਾਰੀ ਸਮਝ ਆਏਗੀ
ਬੜੇ ਵੱਡੇ ਯੂਟਿਊਬਰ ਰਿਪੋਰਟਾਂ ਤੁਹਾਨੂੰ ਦੱਸਿਆ ਸੀ ਪਹਿਲੇ ਵਗੀ ਹੋਈਆਂ ਨੇ, ਆਹਿਸਤਾ ਸਟੇਬਲ ਹੋ ਪਾਏਗਾ ਚੈਨਲ। ਐਸੇ ਵਜ੍ਹਾ ਤੋਂ ਨਾਲ ਨਵਾਂ ਚੈਨਲ ਤਿਆਰ ਕੀਤਾ ਕਿ ਚਲੋ ਉਹਦੇ ਥੋੜੀ ਬਹੁਤੀ ਬੰਦਾ ਮਿਹਨਤ ਕਰਕੇ ਹੁਣ ਥੋੜਾ ਰੈਂਕਿੰਗ ਲੈਣ ਦਾ ਅੱਗੇ ਇੱਕ ਚੈਨਲ ਬਣਾਇਆ ਸੀ। ਉਹਦਾ ਮੇਰਾ ਪੱਕਾ ਇਰਾਦਾ ਸੀਗਾ ਉਹਦੀ ਪਹਿਲੀ ਸੈਲਰੀ ਜਿਹੜੀ ਨਾ ਉਹ ਤਾਂ ਤਕਸੀਮ ਕਰ ਦੇਣੀ ਸੀ। ਉਹਦੀ ਪਹਿਲੀ ਸੈਲਰੀ ਨਿਕਲ ਨਹੀਂ ਪਾਈ ਸੀ, ਲੇਕਿਨ ਉਹਦੀ ਪਹਿਲੀ ਸੈਲਰੀ ਮੈਂ ਜ਼ਾਇਆ ਨਹੀਂ ਹੋਣ ਦਿੱਤੀ। ਤਕਰੀਬਨ 19,700 ਤੇ ਕਿੰਨੇ ਰੁਪਏ ਨੇਗੇ ਉਹ ਐਡੀਸਨ ਮੇਰੇ ਕੋਲ ਸੇਵ ਪਿਆ, ਲੇਕਿन ਚੈਨਲ ਡੀਮੋਨੇਟਾਈਜ਼ ਹੋ ਗਿਆ ਇਮਾਨ ਕੁਕਿੰਗ। ਲੇਕਿਨ ਉਹ 19,000 ਕਿਤਨੇ ਰੁਪਏ ਨੇਗੇ ਉੱਤੇ 700 ਤੇ ਉਹ ਇਨਸ਼ਾਅੱਲਾ ਤਾਲਾ ਤੁਸੀਂ ਟੈਨਸ਼ਨ ਨਹੀਂ ਲੈਣੀ ਹੈਗੀ। ਜਿਵੇਂ ਹੀ ਆਪਣਾ ਦੂਸਰਾ ਚੈਨਲ ਥੋੜਾ ਜਿਹਾ ਮੋਨੇਟਾਈਜ਼ ਹੋਣ ਦੇ ਕਰੀਬ ਜਾਂਦਾ ਨਾ, ਸਮੈਰਾ ਫੈਮਿਲੀ ਨੂੰ ਬਸ ਤੁਸੀਂ ਸਪੋਰਟ ਕਰੋ। ਇਹਦੀ ਜਿਹੜੀ ਅਰਨਿੰਗ ਹੋਈ ਉਹਦੀ ਅਰਨਿੰਗ ਇਨਸ਼ਾਅੱਲਾ ਤਾਲਾ ਲਾ ਕੇ ਪਹਿਲੀ ਅਰਨਿੰਗ ਦਾ ਜੋ ਤੁਸੀਂ ਕਹੋਗੇ ਇਨਸ਼ਾਅੱਲਾ ਤਾਲਾ ਉਸ ਅੱਛੇ ਕੰਮ ਤੇ ਲਾਵਾਂਗੇ। ਮਤਲਬ ਕਿ ਹੁਣ ਤਾਂ 2 ਚੈਨਲਾਂ ਦੀ ਜਿਹੜੀ ਅਰਨਿੰਗ ਹੈਗੀ ਇਹਦਾ ਜਾਂ ਤਾਂ ਫਿਰ ਗਿਵ ਅਵੇ ਕਰਾਂਗੇ ਜਾਂ ਫਿਰ ਕਿਸੇ ਅੱਛੇ ਕੰਮ ਤੇ ਲਾਵਾਂਗੇ, ਜੋ ਅਸੀਂ ਮਸ਼ਵਰਾ ਦਿੱਤਾ ਉਹ ਇਨਸ਼ਾਅੱਲਾ ਤਾਲਾ ਕਰਾਂਗੇ। ਤੇ ਨਾ ਜਦੋਂ ਬਿੱਲ ਦੇ ਪੈਸੇ ਆਪਣੀ ਜੇਬ 'ਤੇ ਨਹੀਂ ਸੀ ਉਦੋਂ ਬੜਾ ਡਰ ਲੱਗਦਾ ਸੀ ਵਾਪਟਾ ਵਾਲਾ ਨਾ ਆਵੇ, ਅੱਲਾ ਕਰੇ ਇਨਸ਼ਾਅੱਲਾ ਵਾਪਟਾ ਵਾਲਾ ਨਾ। ਹੁਣ ਜੇਬ 'ਤੇ ਪੈਸੇ ਨੇ ਕਹਿ ਰਹੇ ਨੇ ਆਵੇ, ਹੁਣ ਆਵੇ ਆ ਕੇ ਲੈ ਜਾਓ, ਸਾਡੀ ਟੈਨਸ਼ਨ ਕਰੋ। ਤੁਹਾਨੂੰ ਫੋਨ ਕੀਤਾ ਵੀ ਆ ਜਾ ਹੁਣ ਉਹ ਵੀ ਨਹੀਂ ਜਲਦੀ ਆਵੇਗਾ, ਹੁਣ ਸ਼ਾਮ ਟਾਈਮ ਆਵੇਗਾ ਜਦੋਂ ਉਹਨੂੰ ਛੁੱਟੀ ਦਾ ਟਾਈਮ ਹੋਣਾ। ਤੇ ਮੈਂ ਹੁਣ ਇਹ ਸੋਚ ਰਿਹਾ ਹਾਂ ਉਹਨਾਂ ਦਾ ਇੰਤਜ਼ਾਰ ਕਰਨ ਨੂੰ ਬਿਹਤਰ ਹੈ ਜਾਂ ਵਲਾਗ ਖਤਮ ਕਰਨੇ, ਅਗਲੇ ਵਲਾਗ ਇਨਸ਼ਾਅੱਲਾ ਤਾਲਾ ਉਹਨਾਂ ਨੂੰ ਫਿਰ ਪੈਸੇ ਦੇਵਾਂਗੇ ਨਾ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫਿਰ ਸੀ ਇਹ ਨਾ ਕਿਹਾ ਜੀ ਹੁਣ ਫੇਕ ਬਿੱਲ ਜਿਹਾ ਚੱਕ ਕੇ ਦਿਖਾਉਂਦਾ ਫਿਰਦਾ ਸੀਗਾ ਪੈਸੇ ਬਟੋਰਨ ਲਈ, ਡੋਨੇਸ਼ਨ ਇਕੱਠਾ ਕਰਨ ਲਈ। ਅੱਜ ਬੜੇ ਕਮੈਂਟ ਪੜੇ ਨੇ ਕਸਮੇ, ਇਹਨਾਂ ਕਮੈਂਟਾਂ ਨਾਲ ਨਾ ਆਪੂ ਜਾਣੋ ਮੈਨੂੰ ਨਹੀਂ ਫਰਕ ਪੈਂਦਾ। ਮੈਂ ਸੋਚ ਲਿਆ ਹੈਗਾ ਜਿਵੇਂ ਉਹ ਦੂਸਰੇ ਨੇ ਨਾ ਉਹ ਦੂਏ ਗੱਲਾਂ ਕਰਨ ਵਾਲੇ ਉਵੇਂ ਕਮੈਂਟ ਬੰਦੇ ਨੂੰ ਹਮੇਸ਼ਾ ਲੋਕ ਗੱਲਾਂ ਕਰਦੇ ਨੇ। ਨਹੀਂ ਉਹ ਮੈਂ ਇੱਕ ਹੋਰ ਗੱਲ ਕਹਿ ਰਿਹਾ ਸੀ, ਜਿਹੜਾ ਬੰਦੇ ਦੇ ਥੋੜੇ ਹਾਲਾਤ ਡਾਊਨ ਹੋ ਜਾਣ ਨਾ ਕਹਿੰਦੇ ਨੇ ਕਿ ਉਹਦਾ ਸਾਥ ਹੀ ਛੱਡ ਜਾਂਦੀ ਦੁਨੀਆ। ਨਹੀਂ ਆਪਣਾ ਸਾਥ ਇਨਸ਼ਾਅੱਲਾ ਅੱਲਾ ਨਹੀਂ ਛੱਡਦਾ। ਫੈਮਿਲੀ ਸਮਝਦੇ ਹਾਲਾਂਕਿ ਸਾਰਿਆਂ ਨੂੰ ਵੀਰਾਂ ਨੂੰ, ਲੇਕਿਨ ਨਾ ਕੁਝ ਵੀ ਵਿੱਚ ਨੇਗੇ ਬਹੁਤ ਪਿਆਰ ਕਰਨ ਵਾਲੇ ਅੱਛੇ ਆਦਮੀ ਆਪਾਂ ਨਹੀਂ ਛੋੜਨਗੇ ਇਨਸ਼ਾਅੱਲਾ। ਨਹੀਂ ਕਾਫੀ ਲੋਕ ਨੇਗੇ, ਲੇਕਿਨ ਕੁਝ ਵਿੱਚ ਨੇਗੇ ਜਿਹੜੇ ਨਾ ਯਕੀਨ ਕਰ ਜੋ ਮਜ਼ਾਕ ਉਡਾਣ ਜੋਗੇ ਨੇ, ਬਸ ਮਜ਼ਾਕ ਹੀ, ਓਨਲੀ ਮਜ਼ਾਕ। ਜ਼ਿਆਦਾ ਰਿਜ਼ਕ ਦੇਵੇ ਜੀ ਤੇ ਸਾਡੀਆਂ ਦੁਆਵਾਂ ਹਮੇਸ਼ਾ ਉਹਨਾਂ ਦੇ ਵੀ ਨਾਲ ਹੈ ਜੀ। ਆਮੀਨ। ਅਸੀਂ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦੇ, ਠੀਕ ਹੈ ਨਾ। ਹਾਂ ਬਾਕੀ ਠੀਕ ਹੈ, ਇਹ ਵਾਲਾ ਵਲਾਗ ਖਤਮ ਕਰੀਏ ਇਨਸ਼ਾਅੱਲਾ ਤਾਲਾ, ਅਗਲੇ ਵਲਾਗ ਮਿਲਨੇ ਆ ਕਿਉਂਕਿ ਕਾਫੀ ਵੱਡਾ ਵਲਾਗ ਬਣ ਗਿਆ। ਮੈਂ ਟੋਨ ਚੈੱਕ ਕੀਤਾ ਹੈਗਾ, ਮੈਂ ਕਿਹਾ ਫਿਰ ਖਤਮ ਕਰੀਏ ਇਨਸ਼ਾਅੱਲਾ ਤਾਲਾ, ਅਗਲੇ ਵਲਾਗ ਮਿਲਨੇ ਆ। ਉਦੋਂ ਫਿਰ ਬਿੱਲ ਜਿਹੜਾ ਇਹ ਵੀ ਇਨਸ਼ਾਅੱਲਾ ਤਾਲਾ ਪੇ ਕਰਨੇ ਆਗੇ। ਉਹਨਾਂ ਕੋਲ ਤਾਰ ਦਾ ਟਾਂਕਾ ਜਿਹੜਾ ਨਾ ਪੱਕਾ ਲਵਾਈਏ, ਕੱਚਾ ਜਿਹਾ ਲੱਗਿਆ ਉਹ ਨੰਗੀ ਤਾਰ। ਉਹਨਾਂ ਨੂੰ ਕਹਾਂਗੇ ਹੁਣ ਟੇਪ ਹੀ ਆਦੇ ਕੋਲੋਂ ਲਾ ਦਿਓ, ਇਤਨਾ ਬਿੱਲ ਲਈ। ਚਲੋ ਠੀਕ ਹੈ, ਹੁਣ ਫਿਰ ਮਿਲਨੇ ਆ ਨਵੇਂ ਵਲਾਗ 'ਚ। ਹੋਣਾ ਹੀ ਅੱਲਾ ਹਾਫਿਜ਼।